ਜੀ ਲਹਿਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਮੈਂ ਵਧੀਆ ਜੀ, ਸਤਿ ਸ਼੍ਰੀ ਅਕਾਲ ਜੀ। ਜਿੰਨੇ ਵੀ ਸਾਨੂੰ ਵੇਖਣ ਵਾਲੇ ਨੇ, ਸੁਣਨ ਵਾਲੇ ਨੇ, ਸੋ ਉਹਨਾਂ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਪ੍ਰੋਗਰਾਮ ਭਖ ਦੇ ਮਸਲੇ ਲੈ ਕੇ ਅਸੀਂ ਇੱਕ ਵਾਰ ਫੇਰ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋ ਚੁੱਕੇ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਬਿਲਕੁਲ ਤਿਆਰ ਨੇ, ਔਰ ਵੋਟਾਂ ਪੈਣ ਦੀ ਤਾਰੀਖ ਜਿਹੜੀ ਆ, ਤਾਰੀਖ ਪੇ ਹੈ ਨਾ ਸਨੀ ਦਿਓਲ ਦਾ ਡਾਇਲੋਗ ਲਹਿਲ ਸਾਹਿਬ ਜੀ। ਹੁਣ ਤਰੀਕ ਨਹੀਂ ਮਿਲਣੀ, ਹੁਣ ਪੱਕੀ ਤਰੀਕ ਜਿਹੜੀ ਆ ਲਾਂਚ ਹੋ ਚੁੱਕੀ ਆ, ਔਰ ਵੋਟਾਂ ਪੈਣ ਦਾ ਜ਼ੋਰ ਹੈ। ਜਿੱਥੇ ਚਾਰੇ ਪਾਸੇ ਗਹਿਮਾ ਗਹਿਮੀ ਹੈ, ਸਾਰੇ ਲੀਡਰ ਆ ਇੱਕ ਦੂਜੇ ਨੂੰ ਠੇਪੀ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉੱਥੇ ਸਾਰੇ ਇੱਕ ਦੂਜੇ ਨੂੰ ਸੁਪਰੀਮ ਪਾਵਰ ਸਮਝ ਰਹੇ ਨੇ ਕਿ ਅਸੀਂ ਸਭ ਤੋਂ ਵਧੀਆ ਲੀਡਰ ਆ, ਬਾਕੀ ਸਾਰੇ ਜ਼ੀਰੋ ਨੇ। ਸੋ ਇੱਕ ਵਾਰੀ ਫਿਰ ਪ੍ਰੋਗਰਾਮ ਭਖ ਦੇ ਮਸਲੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਮੈਂ ਕੁਲਵੰਤ ਸਿੰਘ ਗਿੱਲ ਤੇ ਮੇਰੇ ਨਾਲ ਮੇਰੇ ਸੀਨੀਅਰ ਸਾਥੀ ਪੱਤਰਕਾਰ ਨਿਰੰਜਨ ਸਿੰਘ ਜੀ ਲਹਿਲ, ਸਾਡੇ ਦੋਹਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲਹਿਲ ਸਾਹਿਬ ਜੀ ਆਪਾਂ ਧੂਰੀ ਵਾਲੇ ਪਾਸੇ 5-4 ਮਿੰਟ ਠਹਿਰ ਕੇ ਜਾਂਦੇ ਆ ਜੀ। ਇੱਕ ਬੜਾ ਅਜੀਬ ਕਸ਼ਮਕਸ਼ ਹੋ ਰਹੀ ਹੈ, ਜੀ ਬੜੀ ਉਧਰੋਂ ਪੋਜ਼ਿਟਿਵ ਗੱਲ ਕਰਨੀ ਆ ਆਪਾਂ। ਹਾਂਜੀ ਹਾਂਜੀ। ਸਾਡੀ ਭੈਣ ਮਜੀਠੀਆ ਸਾਹਿਬ ਦੀ ਵਾਈਫ ਜੀ, ਸਾਡੀ ਵੱਡੀ ਭੈਣ ਹੈ। ਸੋ ਨਹੀਂ, ਵੱਡੀ ਭੈਣ ਨਹੀਂ ਕਹਿ ਸਕਦੇ, ਮੇਰੀ ਆਪਣੀ ਛੋਟੀ ਭੈਣ ਹੈ, ਤੇ ਉਹਨੂੰ ਮਜੀਠਾ ਤੋਂ ਬਤੌਰ MLA ਮੈਦਾਨ 'ਚ ਉਤਾਰਿਆ ਹੋਇਆ ਜੀ। ਪ੍ਰਚਾਰ ਕਰਦੇ ਨਜ਼ਰ ਆਏ। ਬੜੇ ਮਾਸੂਮੀਅਤ ਭਰੇ ਜਵਾਬ ਜਿਹੜੇ ਨੇ ਪੱਤਰਕਾਰਾਂ ਨੂੰ ਦਿੱਤੇ। ਮੈਨੂੰ ਇਹ ਲੱਗ ਰਿਹਾ ਹੈ ਕਿ ਉਹ ਪਹਿਲੀ ਵਾਰ ਸ਼ਾਇਦ ਫੀਲਡ ਦੇ ਵਿੱਚ ਨਿਕਲੇ ਨੇ। ਬਿਲਕੁਲ। ਪਰ ਪਹਿਲੀ ਵਾਰ ਉਹਨਾਂ ਨੂੰ MLA ਦੀ ਟਿਕਟ ਮਿਲੀ ਹੈ। ਤੇ ਜਦੋਂ ਆਪਣੇ ਪੱਤਰਕਾਰ ਸਮਿਤ ਜੀ ਨੇ ਸਵਾਲ ਪੁੱਛਿਆ ਵੀ ਤੁਸੀਂ ਕਿਸ ਤਰ੍ਹਾਂ, ਤੁਹਾਨੂੰ ਵੱਧ ਪਿਆਰ ਕਿੱਥੇ ਮਿਲ ਰਿਹਾ, ਘਰੇ ਮਿਲਦਾ ਹੈ? ਵੀ ਮਜੀਠੀਆ ਜੀ ਨੇ ਇਹ ਗੱਲ ਕਹੀ ਸੀ ਵੀ ਜਿਸ ਤਰ੍ਹਾਂ ਉਹ ਮੇਰੀ ਵਾਈਫ, ਮੇਰੀ ਜੀਵਨ ਸਾਥੀ, ਮੇਰੇ ਬੱਚਿਆਂ ਨੂੰ ਸੰਭਾਲਦੀ ਹੈ, ਉਵੇਂ ਉਹ ਹਲਕੇ ਨੂੰ ਸੰਭਾਲੂਗੀ। ਤਾਂ ਉਹਨਾਂ ਦਾ ਇੱਕ ਜਵਾਬ ਆਇਆ ਕਿ ਘਰੇ ਬੱਚੇ ਤਾਂ ਮੇਰੇ ਨਾਲ ਲੜਦੇ ਰਹਿੰਦੇ ਨੇ, ਪਰ ਹਲਕੇ ਦੇ ਜਿਹੜੇ ਲੋਕ ਨੇ ਉਹ ਮੈਨੂੰ ਬੜਾ ਥਾਂ ਪਿਆਰ ਦੇ ਰਹੇ ਨੇ, ਔਰ ਮੈਨੂੰ ਹੱਥਾਂ 'ਤੇ ਚੁੱਕਿਆ ਹੋਇਆ ਹੈ। ਔਰ ਜਿੱਤਾਂ ਦੇਖੋ ਯਕੀਨੀ ਹੈਗੀ ਹੈ, ਇਹ ਕੋਈ ਦੋ ਰਾਏ ਨਹੀਂ ਕਿ ਮਜੀਠੀਆ ਸਾਹਿਬ ਦੀ ਵਾਈਫ ਨੇ ਜਿਹੜੇ ਉਥੋਂ ਬੜੇ ਵੱਡੇ ਮਾਰਜਨ ਤੇ ਉਥੋਂ ਲੀਡ ਪ੍ਰਾਪਤ ਕਰਨਗੇ। ਲੇਕਿਨ ਇੱਕ ਸਾਦੇ ਪਰਿਵਾਰ ਦੇ ਵਿੱਚੋਂ, ਸਾਦਾ ਪਰਿਵਾਰ ਮਤਲਬ ਇਹ ਨਹੀਂ ਕਹਿ ਸਕਦਾ ਕਿ ਮਜੀਠੀਆ ਦਾ ਸਾਦਾ ਪਰਿਵਾਰ ਹੈ, ਬੜਾ ਧਨਾੜ ਪਰਿਵਾਰ ਹੈ। ਲੇਕਿਨ ਜਿਹੜੀ ਕੁੜੀ, ਜਿਹੜੀ ਔਰਤ ਫੀਲਡ ਦੇ ਵਿੱਚ ਨਾ ਗਈ ਹੋਵੇ, ਲੋਕਾਂ ਦੇ ਵਿੱਚ ਨਾ ਵਿਚਰੀ ਹੋਵੇ, ਅੱਜ ਉਹ ਘਰ ਜਾ ਕੇ ਵੋਟਾਂ ਮੰਗ ਰਹੀ ਹੈ। ਤੇ ਮੈਨੂੰ ਤਾਂ ਲਹਿਲ ਸਾਹਿਬ ਕੱਲ ਉਹ ਵੀਡੀਓ ਜਿਹੜਾ ਸੀਗਾ ਉਹ ਬੜਾ ਅੱਛਾ ਲੱਗਿਆ ਮੈਨੂੰ। ਗਿੱਲ ਸਾਹਿਬ ਇੱਕ ਹੋਰ ਗੱਲ ਵੀ ਆ ਜੀ। ਜਦੋਂ ਮਜੀਠੀਆ ਸਾਹਿਬ ਦੀ ਵਾਈਫ ਜਦੋਂ ਇਲੈਕਸ਼ਨ 'ਚ ਜਿਹੜੀ ਮੁਹਿੰਮ 'ਚ ਪ੍ਰਚਾਰ ਕਰ ਰਹੀ ਸੀ ਜੀ, ਤੇ ਉਹਦਾ ਛੋਟਾ ਬੱਚਾ ਹੈ, ਤੇ ਉਹ ਆਪਣੇ ਮਤਲਬ ਮਜੀਠੀਆ ਸਾਹਿਬ ਨੂੰ ਕਹਿੰਦਾ ਵੀ ਮੰਮੀ ਨੂੰ ਕਹੇ ਅਸੀਂ ਚੋਣ ਚਾਣ ਨਹੀਂ ਲੜਨੀ ਹੈ। ਅੱਛਾ। ਮੈਂ ਤੁਹਾਡੇ ਨਾਲ ਨਾਰਾਜ਼ ਹੈ। ਮਤਲਬ ਇਹ ਇੱਕ ਮਤਲਬ ਅਜੀਬ ਜੀ ਜਿਹੜੀ ਗੱਲ, ਜਦੋਂ ਕਿ ਕਿਤੇ ਕਿਸੇ ਵੀ ਨਜ਼ਰ 'ਚ ਨਹੀਂ ਸੀ ਵੀ ਇੱਦਾਂ ਦੀ ਵਾਪਰ ਜੇ। ਇਹ ਤਾਂ ਨਵਜੋਤ ਸਿੰਘ ਸਿੱਧੂ ਨੂੰ ਲੋਕੀ ਦੁਆਵਾਂ ਦੇਣ, ਜਿਨ੍ਹਾਂ ਦੀ ਬਦੌਲਤ ਜਿਹੜੀ ਉਹ ਗਨੀਵ ਕੌਰ ਜਿਹੜੀ ਉਹਦੀ ਵਾਈਫ ਹੈ, ਉਹ ਜਿਹੜੀ ਆ ਇਲੈਕਸ਼ਨ 'ਚ ਜਿਹੜੀ ਉਹ ਇਲੈਕਸ਼ਨ ਲੜਨ ਲੱਗੀ ਹੈ। ਨਹੀਂ ਤਾਂ ਇਹਦਾ ਸਿਆਸਤ ਨਾਲ ਕੋਈ ਬਹੁਤਾ ਵੱਡਾ ਲੈਣ ਦੇਣ ਨਹੀਂ ਸੀ। ਠੀਕ ਹੈ, ਇਹ ਪਰਿਵਾਰਕ ਬਹੁਤ ਪੁਰਾਣੇ ਇਸ ਸਾਡੀ ਸਿਆਸਤ ਦੇ ਵਿੱਚ ਲੱਗੇ ਹੋਏ ਨੇ, ਪਰ ਇਹ ਕੁੜੀਆਂ ਜਿਹੜੀਆਂ ਸੀ ਇਹਨਾਂ ਦਾ ਕੋਈ ਸਿਆਸਤ ਦੇ ਅੰਦਰ ਕੋਈ ਬਹੁਤਾ ਵੱਡਾ ਸ਼ਮੂਲੀਅਤ ਨਹੀਂ ਸੀ ਹੁੰਦੀ। ਪਰ ਮਜਬੂਰੀ ਵਸ, ਮੇਰੇ ਹਿਸਾਬ ਨਾਲ ਤਾਂ ਮਜਬੂਰੀ ਵਸ ਉਸ ਵੇਲੇ ਜਦੋਂ ਨਵਜੋਤ ਸਿੰਘ ਸਿੱਧੂ ਨੇ ਇੱਕ ਬੋਲੀ ਮਾਰੀ, ਚੈਲੰਜ ਕੀਤਾ। ਖੈਰ ਸਰਦਾਰ ਉਹ ਵੀ ਹੈ, ਪੰਜਾਬੀ ਉਹ ਵੀ ਹੈ। ਕਹਿੰਦੇ ਨੇ ਵੀ ਜਦੋਂ ਕਿਸੇ ਜੱਟ ਨੂੰ ਜਾਂ ਪੰਜਾਬੀ ਨੂੰ ਕੋਈ ਮਿਹਣਾ ਮਾਰਦਾ ਨਾ, ਤਾਂ ਫਿਰ ਉਹ ਜਿਹੜਾ ਉਹ ਸਿਰ 'ਤੇ ਉਹਦੇ ਬਹੁਤ ਵੱਡਾ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ, ਫਿਰ ਕਬੂਲ ਲੈਂਦਾ। ਸੋ ਉਸ ਮਾਝੇ ਦੇ ਜਰਨੈਲ ਨੇ, ਜਿਹਨੂੰ ਮਾਝੇ ਦਾ ਜਰਨੈਲ ਕਿਹਾ ਜਾ ਸਕਦਾ, ਤੇ ਉਹਨੇ ਇਹ ਜਿਹੜਾ ਉਹਦੀ ਚੈਲੰਜ ਆ ਉਹ ਕਬੂਲ ਕਰਕੇ ਤੇ ਮਜੀਠੇ ਨੂੰ ਤਿਲਾਂਜਲੀ ਦਿੱਤੀ। ਮਜੀਠੇ ਨੂੰ ਛੱਡ ਕੇ ਆਪਣੀ ਵਾਈਫ ਨੂੰ ਜਿਹੜੀ ਆ ਉਹ ਟਿਕਟ ਦਿੱਤੀ, ਔਰ ਆਪ ਜਿਹੜਾ ਉਹ ਪੂਰਬੀ ਅੰਮ੍ਰਿਤਸਰ ਤੋਂ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਜਿਹੜੀ ਆਪਣੇ ਕਾਗਜ਼ ਦਾਖਲ ਕਰੇ। ਭਾਵੇਂ ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਕਹਿ ਕੇ ਆਪਣੀ ਗੱਲ ਤੋਂ ਫੇਰ ਮੁੱਕਰ ਗਿਆ ਵੀ ਇਹ ਕੋਈ ਗੱਲ ਵਧੀਆ ਨਹੀਂ ਹੈ। ਆਪਣੇ ਪਰਿਵਾਰ 'ਚ ਆਪਣੀ ਵਾਈਫ ਨੂੰ ਟਿਕਟ ਦੇਤੀ ਹੈ, ਕਿਉਂ ਚੰਗਾ ਹੁੰਦਾ ਜੇ ਕਿਸੇ ਬਾਹਰਲੇ ਬੰਦੇ ਨੂੰ ਟਿਕਟ ਦਿੰਦਾ। ਕੋਈ ਇੱਦਾਂ ਦੀਆਂ ਗੱਲਾਂ ਜਿਹੜੀਆਂ ਨੇ ਇਹ ਸਿਆਸਤ 'ਚ ਇਹ ਚੰਗੀਆਂ ਨਹੀਂ ਲੱਗਦੀਆਂ। ਚੰਗੀਆਂ ਤਾਂ ਲੱਗਦੀਆਂ ਜੇ ਤੁਸੀਂ ਇੱਕ ਗੱਲ ਨੂੰ ਕਹਿ ਕੇ ਉਹਦੇ ਉੱਤੇ ਜਿਹੜੀ ਆ ਉਹ ਪਹਿਰਾ ਦਿਓ। ਆਪਣੇ ਕਹਿੰਦੇ ਹੁੰਦੇ ਵੀ ਕਹਿੰਦੇ ਥੁੱਕ ਪੰਜਾਬੀ ਜਿਹੜਾ ਨਾ ਜਾਂ ਸਰਦਾਰ ਥੁੱਕ ਕੇ ਨਹੀਂ ਕੱਟਦਾ, ਇਹਨੂੰ ਥੁੱਕ ਚੱਟਣਾ ਹੁੰਦਾ। ਇੱਕ ਗੱਲ ਤੇ ਅੜ ਜਾਣਾ ਚਾਹੀਦਾ ਵੀ ਮੈਂ ਤੇਰੇ ਡਾਂਗ ਮਾਰਨੀ ਆ ਤੇ ਡਾਂਗ ਮਾਰਨੀ ਆ। ਇਹ ਨਹੀਂ ਹੈ ਵੀ ਮੈਂ ਤਾਂ ਡਾਂਗ ਮਾਰੂੰਗਾ ਕਿ ਤੂੰ ਮੈਨੂੰ ਗਾਲ ਕੱਢੇਗਾ। ਤੇ ਇਹ ਗੱਲ ਥੋੜੀ ਬਣਦੀ ਹੈ।
ਸੋ ਇਹ ਸਿਆਸਤ ਦੇ ਅੰਦਰ ਬੜੇ ਇੱਕ ਅਜੀਬ ਜਿਹੜੀਆਂ ਘਟਨਾਵਾਂ ਨੇ ਔਰ ਲੱਗਦਾ ਵੀ ਲੋਕੀ ਜਿਹੜੇ ਨੇ ਇਹਨਾਂ ਦਾ ਮੁਹਾਬ ਜਿਹੜਾ ਮਜੀਠੇ ਦੇ ਵਿੱਚੋਂ ਇਹਨੇ ਵੱਡੇ ਪੱਧਰ ਦੇ ਉੱਤੇ ਉਹਦੇ ਨਾਲ ਸਹਿਯੋਗ ਕਰ ਰਿਹਾ। ਸੋ ਵੱਖਰੀ ਗੱਲ ਹੈ ਮਜੀਠੇ ਦੇ ਅੰਦਰ ਇਹਨਾਂ ਦੇ ਆਪਣੇ ਪਰਿਵਾਰਾਂ ਚੋਂ ਹੀ ਜੱਗਾ ਜਾਂ ਉਹਦਾ ਜਿਹੜਾ ਭਰਾ ਆ ਉਹ ਦੋਨੇ ਇੱਕ ਅਕਾਲੀ ਦਲ ਤੋਂ ਇੱਕ ਆਪ ਤੋਂ ਉੱਥੇ ਫਾਈਟ ਕਰ ਰਹੇ ਨੇ, ਉਹਨਾਂ ਦਾ ਵੀ ਬਹੁਤ ਵੱਡਾ ਉੱਥੇ ਆਧਾਰ ਹੈ। ਪਰ ਵੇਖੋ ਅਗਲੇ ਆਉਣ ਵਾਲੇ ਸਮੇਂ 'ਚ ਲੋਕ ਕਿਹਨੂੰ ਆਪਣਾ ਜਿਹੜਾ ਉਹ 5 ਸਾਲ ਵਾਸਤੇ ਆਗੂ ਚੁਣਦੇ ਨੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਲਹਿਲ ਸਾਹਿਬ ਮੈਨੂੰ ਪੂਰਾ ਯਕੀਨ ਹੈ, ਮੈਂ ਬੜੇ ਯਕੀਨ ਦੇ ਨਾਲ ਕਹਿ ਸਕਦਾ ਕਿ ਗਨੀਪ ਕੌਰ ਨਾਂ ਬੜਾ ਪਿਆਰਾ ਹੈ ਸਾਡੀ ਭੈਣ ਦਾ, ਉਹ ਇਸ ਵਾਰ ਵਿਧਾਨ ਸਭਾ ਜ਼ਰੂਰ ਬੈਠੂਗੀ ਔਰ ਬੜੀ ਸ਼ਾਨ ਦੇ ਨਾਲ ਬੈਠੂਗੀ। ਔਰ ਮੈਨੂੰ ਇਹ ਲੱਗਦਾ ਕਿ ਸਾਰੇ ਜਾਣੇ ਤਾੜੀਆਂ ਮਾਰ ਕੇ ਉਹਦਾ ਸਵਾਗਤ ਵੀ ਕਰਨਗੇ, ਇਸਤਕਬਾਲ ਵੀ ਕਰਨਗੇ, ਕਿਉਂਕਿ ਪਹਿਲੀ ਵਾਰ ਵਿਧਾਨ ਸਭਾ ਦੇ ਵਿੱਚ ਉਹ ਬੈਠਣ ਜਾ ਰਹੀ ਹੈ। ਸੋ ਸਾਡੀਆਂ ਦੁਆਵਾਂ ਸਾਡੇ ਅਦਾਰੇ ਵੱਲੋਂ ਸ਼ੁਭ, ਇਸ ਕਰਕੇ ਨਹੀਂ ਕਿ ਮਜੀਠੀਆ ਸਾਹਿਬ ਦੀ ਵਾਈਫ ਹੈ। ਦੇਖੋ ਮਾਈਂਡ ਨਾ ਕਰਿਓ, ਤੁਸੀਂ ਇਹ ਨਾ ਸੋਚੋ ਕਿ ਅਸੀਂ ਮਜੀਠੀਆ ਸਾਹਿਬ ਦੀ ਵਾਈਫ ਕਰਕੇ ਅਸੀਂ ਸਾਰਾ ਕੁਝ ਕਰ ਰਹੇ ਹਾਂ। ਅਸੀਂ ਕਿਉਂ ਦੁਆਵਾਂ ਦੇ ਰਹੇ ਹਾਂ? ਅਸੀਂ ਇੱਕ ਬੇਟੀ ਨੂੰ, ਇੱਕ ਧੀ ਨੂੰ ਦੁਆਵਾਂ ਦੇ ਰਹੇ ਹਾਂ ਕਿਉਂਕਿ ਔਰਤਾਂ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ। ਬਿਲਕੁਲ ਜੀ। ਜਿੰਨਾ ਚਿਰ ਸਾਡੀਆਂ ਪੰਜਾਬ ਦੀਆਂ ਬੇਟੀਆਂ, ਸਾਡੀਆਂ ਪੰਜਾਬ ਦੀਆਂ ਧੀਆਂ ਨੁਮਾਇੰਦਗੀ ਨਹੀਂ ਕਰਨਗੀਆਂ, ਸਾਡੇ ਪੰਜਾਬ ਦੀਆਂ ਬੇਟੀਆਂ, ਪੰਜਾਬ ਦੀਆਂ ਧੀਆਂ ਅੱਗੇ ਆ ਕੇ ਲੜਨਗੀਆਂ ਨਹੀਂ, ਬੋਲਣਗੀਆਂ ਨਹੀਂ, ਤੇ ਉਹਨਾਂ ਚਿਰ ਸਾਡੇ ਸਮਾਜ 'ਚ ਸੁਧਾਰ ਨਹੀਂ ਹੋ ਸਕਦਾ। ਬੀਬੀ ਹਰਸਿਮਰਤ ਕੌਰ ਬਾਦਲ ਇੱਕ ਜੁਝਾਰੂ ਲੀਡਰ ਹੈ, ਬੀਬੀ ਜੰਗੀਰ ਕੌਰ ਇੱਕ ਜੁਝਾਰੂ ਲੀਡਰ ਹੈ। ਦਿੱਲੀ ਜਾ ਕੇ ਬੀਬੀ ਹਰਸਿਮਰਤ ਕੌਰ ਬਾਦਲ ਕਿਵੇਂ ਗੱਜ ਕੇ ਬੋਲਦੀ ਹੈ, ਉੱਥੋਂ ਫਿਰ ਪਤਾ ਲੱਗਦਾ ਕਿ ਪੰਜਾਬ ਦੀਆਂ ਧੀਆਂ ਦੇ ਵਿੱਚ ਦਮ ਹੈ, ਕਿਉਂਕਿ ਪੰਜਾਬ ਦੀਆਂ ਧੀਆਂ ਦੇ ਵਿੱਚ ਲੜਨ ਦੀ ਸਮਰੱਥਾ ਹੈ। ਇਸੇ ਕਰਕੇ ਤਰਜ਼ਮਾਨੀ ਜਿਹੜੀ ਹੈ ਪੰਜਾਬ ਦੀ, ਜੇ ਪੰਜਾਬ ਦੀਆਂ ਧੀਆਂ ਕਰਨ ਦਿੱਲੀ ਜਾ ਕੇ ਸਦਨ ਦੇ ਵਿੱਚ ਉੱਥੇ ਜਾ ਕੇ ਫਾਈਟ ਕਰਨ, ਤਾਂ ਮੇਰੇ ਹਿਸਾਬ ਦੇ ਨਾਲ ਕੋਈ ਅਤਕਥ ਨਹੀਂ ਹੋਏਗੀ। ਇਹਦੇ ਵਿੱਚ ਪੰਜਾਬ ਦਾ ਜਿਹੜਾ ਰਿਸਪੌਂਸ ਹੈ ਉਹ ਵਧੀਆ ਆਊਗਾ, ਪੰਜਾਬ ਦਾ ਵਕਾਰ ਵਧੂਗਾ। ਮਾਈ ਭਾਗੋ ਤੋਂ ਲੈ ਕੇ ਮਾਤਾ ਗੁਜਰ ਕੌਰ ਤੱਕ ਔਰਤਾਂ ਨੂੰ ਹੁਣ ਤੱਕ ਸਿਰ 'ਤੇ ਚੁੱਕਿਆ ਰਿਹਾ। ਇਸੇ ਕਰਕੇ ਅਸੀਂ ਮਜੀਠੀਆ ਸਾਹਿਬ ਦੀ ਵਾਈਫ ਦਾ, ਗਨੀਪ ਕੌਰ ਦਾ ਅਸੀਂ ਇਸਤਕਬਾਲ ਕਰਦੇ ਹਾਂ। ਅਸੀਂ ਵੀ ਜੀ ਆਇਆਂ ਨੂੰ ਆਖਦੇ ਹਾਂ ਕਿ ਇਸ ਰਾਜਨੀਤੀ ਦੇ ਖੇਤਰ ਦੇ ਵਿੱਚ ਉਹ ਪ੍ਰਵੇਸ਼ ਕਰ ਚੁੱਕੇ ਨੇ। ਪਰ ਇੱਕ ਮੈਂ ਜ਼ਰੂਰ, ਜੇ ਕਿਤੇ ਖੱਬੇ ਸੱਜੇ ਕਦੇ ਖੁਦਾ ਨਾ ਖਾਸਾ ਸਾਡਾ ਪ੍ਰੋਗਰਾਮ ਉਹਨਾਂ ਤੱਕ ਪਹੁੰਚ ਜੇ, ਸਾਨੂੰ ਵੇਖ ਲੈਣਾ ਹੋ, ਲੇਕਿਨ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਇਸ ਗੰਦਲੀ ਸਿਆਸਤ ਤੋਂ ਥੋੜ੍ਹਾ ਜਿਹਾ ਬਾਹਰ ਰਹਿਣ, ਲੇਕਿਨ ਉਹ ਲੋਕਾਂ ਦੇ ਕੰਮ ਕਰਨ, ਲੋਕਾਂ ਦਾ ਭਲਾ ਕਰਨ, ਕੁੜੀਆਂ ਦਾ, ਧੀਆਂ ਦਾ ਉਹ ਸਵਾਰਨ। ਜਿਹੜੀਆਂ ਉਸ ਇਲਾਕੇ 'ਚ ਮਜੀਠੇ ਦੇ ਵਿੱਚ ਕੋਈ ਪੜ੍ਹੀਆਂ ਲਿਖੀਆਂ ਬੇਰੁਜ਼ਗਾਰ ਗਰੀਬ ਪਰਿਵਾਰ ਦੀਆਂ ਕੁੜੀਆਂ ਹੈਗੀਆਂ ਨੇ, ਉਹਨਾਂ ਨੂੰ ਗਨੀਪ ਕੌਰ ਆਉਣ ਵਾਲੇ ਸਮੇਂ ਦੇ ਵਿੱਚ ਮਜੀਠੀਆ ਸਾਹਿਬ ਨਾਲ ਮਿਲ ਕੇ ਜਾਂ ਆਪਣੀ ਬੁਝਾਰਤ ਵਿੱਚ ਮਿਲ ਕੇ ਉਹਨਾਂ ਨੂੰ ਰੁਜ਼ਗਾਰ ਜਿਹੜਾ ਹੈ ਉਹ ਜ਼ਰੂਰ ਦੇਣ। ਲੈਲ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ? ਕਹਿੰਦੇ ਵੀ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਜ਼ਾਨ। ਜੇ ਤਾਂ ਸਾਡੇ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਆਪਣੇ ਮੁਖਾਰਬਿੰਦ ਤੋਂ ਇਹ ਸ਼ਬਦ ਜਿਹੜੇ ਉਚਾਰੇ ਸੀ ਜੀ। ਭਾਵੇਂ ਵੱਖਰੀ ਗੱਲ ਹੈ ਵੀ ਸਾਡੀਆਂ ਰਾਜਨੀਤਿਕ ਪਾਰਟੀਆਂ ਇਹ ਗੱਲ ਉਹ ਕਹਿੰਦੀਆਂ ਆ ਰਹੀਆਂ ਵੀ 33% ਜਿਹੜੀ ਔਰਤਾਂ ਦਾ ਉਹ ਰਾਖਵਾਂ ਕਰਨਾ, ਪਰ ਕੋਈ ਵੀ ਰਾਜਸੀ ਪਾਰਟੀ ਨੇ ਅੱਜ ਤੱਕ 33% ਦੇ ਹਿਸਾਬ ਨਾਲ ਉਹਨਾਂ ਨੂੰ ਕੋਟਾ ਨਹੀਂ ਦਿੱਤਾ। ਚੰਗਾ ਹੋਵੇ ਜੇ ਇਹ ਸਾਡੀਆਂ ਜਿੰਨੀਆਂ ਵੀ ਔਰਤਾਂ, ਸਾਡੀਆਂ ਭੈਣਾਂ ਜਿਹੜੀਆਂ ਰਾਜਨੀਤੀ ਦੇ ਵਿੱਚ ਇਸ ਵੇਲੇ ਕੰਮ ਕਰ ਰਹੀਆਂ ਨੇ, ਉਹਨਾਂ ਨੂੰ ਆਪਣੀ ਜਿਹੜੀ ਮੰਗ ਲਈ ਇਹ ਗੱਲ ਜ਼ਰੂਰ ਉਠਾਉਣੀ ਚਾਹੀਦੀ ਹੈ ਵੀ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਉਹ ਸਾਡਾ ਜਿਹੜਾ ਹੱਕ ਹੈ 33% ਵਾਲਾ ਉਹ ਜ਼ਰੂਰ ਲਾਗੂ ਕਰਿਆ ਕਰਨ। ਤੇ ਜੇ ਸ਼੍ਰੋਮਣੀ ਅਕਾਲੀ ਦਲ ਨੇ ਗਰਨੀਪ ਕੌਰ ਨੂੰ, ਮਜੀਠੀਆ ਸਾਹਿਬ ਦੀ ਵਾਈਫ ਨੂੰ ਜੇ ਇਹ ਸੀਟ ਦਿੱਤੀ ਹੈ ਤੇ ਕੋਈ ਗਲਤ ਨਹੀਂ ਕੀਤਾ, ਬਹੁਤ ਵਧੀਆ ਕੀਤਾ। ਔਰ ਇਸੇ ਤਰ੍ਹਾਂ ਅਸੀਂ ਬਾਕੀਆਂ ਨੂੰ ਵੀ, ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ, ਚਲੋ ਉਹ ਤਾਂ ਦੇ ਹੀ ਰਹੇ ਆ, ਦੂਸਰਾ ਕਾਂਗਰਸ ਨੂੰ ਵੀ ਔਰ ਆਮ ਆਦਮੀ ਪਾਰਟੀ ਨੂੰ ਵੀ, ਕਿਸਾਨ ਜਥੇਬੰਦੀਆਂ ਨੂੰ ਵੀ, ਔਰ ਜਿਹੜੀਆਂ ਭਾਜਪਾ ਜਾਂ ਹੋਰ ਜਿਹੜੀਆਂ ਸਾਡੀਆਂ ਜਥੇਬੰਦੀਆਂ ਹੈਗੀਆਂ ਨੇ, ਉਹਨਾਂ ਸਾਰਿਆਂ ਨੂੰ ਇਸ ਗੱਲ ਦਾ ਜ਼ਰੂਰ ਆਗਾਜ਼ ਹੋਣਾ ਚਾਹੀਦਾ ਵੀ ਜੇ ਅਸੀਂ ਬਾਹਰਲੇ ਜਦੋਂ ਚੋਣਾਂ ਆਉਂਦੀਆਂ ਉਦੋਂ ਤਾਂ ਲਾਗੂ ਨਹੀਂ ਕਰਦੇ, ਪਰ ਬਾਕੀ ਸਟੇਜਾਂ ਦੇ ਉੱਤੇ ਜਾਂ ਆਮ ਦਿਨਾਂ ਦੇ ਵਿੱਚ ਤੁਸੀਂ ਔਰਤਾਂ ਪ੍ਰਤੀ ਬਹੁਤ ਵਧੀਆ ਬੋਲਦੇ ਹੋ, ਸ਼ਬਦ ਤੁਹਾਡੇ ਬਹੁਤ ਸੋਹਣੇ ਹੁੰਦੇ ਨੇ, ਪਰ ਜਦੋਂ ਲਾਗੂ ਕਰਨ ਦੀ ਗੱਲ ਆਉਂਦੀ ਹੈ 33% ਦੀ, ਉਦੋਂ ਤੁਸੀਂ 33% ਜਿਹੜਾ ਕੋਟਾ ਹੈ ਉਹਨਾਂ ਲਈ ਕਦੇ ਵੀ ਰਾਖਵਾਂ ਨਹੀਂ ਰੱਖਿਆ। ਉੱਥੇ ਹਮੇਸ਼ਾ ਹੀ ਇਹ ਗੱਲ ਕਹਿੰਦੇ ਵੀ ਕਮਜ਼ੋਰ ਔਰਤ ਕਮਜ਼ੋਰ ਹੈ, ਜਦੋਂ ਕਿ ਔਰਤ ਕਮਜ਼ੋਰ ਨਹੀਂ ਹੈ। ਔਰਤ ਆਮ ਬੰਦੇ ਦੇ ਬਰਾਬਰ ਦੀ ਖੜੀ ਹੈ, ਜੋ ਸਪੇਸ 'ਚ ਜਾ ਸਕਦੀ ਹੈ, ਇੰਜੀਨੀਅਰ ਬਣ ਸਕਦੀ ਹੈ, ਡਾਕਟਰ ਬਣ ਸਕਦੀ ਹੈ, ਵਕੀਲ ਬਣ ਸਕਦੀ ਹੈ, ਜੱਜ ਬਣ ਸਕਦੀ ਹੈ, ਤੇ ਉਹ ਇੱਕ ਲੋਕ ਸਭਾ ਦਾ ਮੈਂਬਰ ਵੀ ਬਣ ਸਕਦੀ ਹੈ ਔਰ MLA ਵੀ ਜਿਹੜੀ ਵਿਧਾਨ ਸਭਾ 'ਚ ਵੀ ਜਾ ਸਕਦੀ ਹੈ। ਸੋ ਸਾਰਿਆਂ ਖੇਤਰਾਂ ਦੇ ਵਿੱਚ ਬੰਦੇ ਨਾਲ ਮੋਢਾ ਦਾ ਮੋਢਾ ਦੇ ਕੇ ਜਿਹੜੀ ਔਰਤ ਹੈ ਉਹ ਕੰਮ ਕਰਦੀ ਹੈ, ਕਿਉਂਕਿ ਸਾਡੀ ਜਨਮਦਾਤੀ ਹੈ, ਸਾਡੀ ਜਨਮਿਆ ਉਹਨੇ, ਉਹ ਸਾਡੀ ਭੈਣ ਵੀ ਆ, ਮਾਂ ਵੀ ਆ, ਮਾਸੀ ਵੀ ਆ, ਚਾਚੀ ਵੀ ਆ, ਕਈ ਰਿਸ਼ਤਿਆਂ ਨਾਲ ਸੰਬੰਧਿਤ ਹੈ ਉਹ।
ਜੀ। ਤੇ ਉਹ ਸਾਰੇ ਰਿਸ਼ਤੇ ਜਿਹੜੇ ਬਾਖੂਬੀ ਨਿਭਾਉਂਦੀ ਆ। ਜੀ। ਜਦੋਂ ਸਾਰੇ ਰਿਸ਼ਤੇ ਖੂਬੀ ਨਾਲ ਨਿਭਾ ਰਹੀ ਹੈ ਤੇ ਉਹ ਰਾਜਨੀਤੀ ਦੇ ਵਿੱਚ ਕਿਉਂ ਨਹੀਂ ਆਏਗੀ? ਰਾਜਨੀਤੀ ਦੇ ਵਿੱਚ ਵੀ ਉਹ ਚੰਗੇ ਢੰਗ ਨਾਲ, ਕਿਉਂਕਿ ਘਰੇਲੂ ਕੰਮ ਤੋਂ ਉੱਠੀ ਹੁੰਦੀ ਹੈ, ਉਹਨੂੰ ਘਰੇਲੂ ਲੋੜਾਂ ਦੀ ਪਤਾ ਹੁੰਦਾ ਵੀ ਇੱਥੇ ਗੈਸ ਵੀ ਚਾਹੀਦੀ ਹੈ, ਦੁੱਧ ਵੀ ਚਾਹੀਦਾ, ਰਾਸ਼ਨ ਵੀ ਚਾਹੀਦਾ, ਕੱਪੜੇ ਵੀ ਚਾਹੀਦੇ ਆ, ਬੱਚਿਆਂ ਦਾ ਪਾਲਣ ਪੋਸ਼ਣ ਵੀ ਚਾਹੀਦਾ, ਉਹਨਾਂ ਦੀ ਪੜ੍ਹਾਈ ਵੀ ਚਾਹੀਦੀ ਹੈ, ਸਾਫ ਸੁਥਰਾਪਨ ਵੀ ਚਾਹੀਦਾ, ਸਕੂਲ ਚਾਹੀਦਾ, ਉਹਦੇ ਇਲਾਜ ਲਈ ਹਸਪਤਾਲ ਚਾਹੀਦਾ। ਸੋ ਇਹ ਸਾਰਾ ਕੁਝ ਇੱਕ ਔਰਤ ਜਿਹੜੀ ਆ ਬੰਦੇ ਨਾਲੋਂ ਜ਼ਿਆਦਾ ਜਿਹੜੀ ਆ ਸੂਝਵਾਨ ਹੁੰਦੀ ਹੈ। ਸੋ ਇਸ ਕਰਕੇ ਰਾਜਸੀ ਪਾਰਟੀਆਂ ਨੂੰ ਸਗੋਂ ਵੱਧ ਤੋਂ ਵੱਧ ਔਰਤ ਜਿਹੜੀ ਹੈ ਸਾਡੀਆਂ ਨੇ ਉਹਨਾਂ ਨੂੰ ਇਹ ਮੌਕੇ ਦੇਣੇ ਚਾਹੀਦੇ ਆ ਤਾਂ ਕਿ ਉਹ ਆਪਣੇ ਆਪ ਨੂੰ ਹੋਰ ਵੀ ਇਸਟੈਬਲਿਸ਼ ਕਰ ਸਕਣ ਔਰ ਸਮਾਜ ਦੀ ਸੇਵਾ ਕਰ ਸਕਣ। ਗਿੱਲ ਸਾਹਿਬ ਜੀ ਬਿਲਕੁਲ ਜੀ। ਸੋ ਜਿਵੇਂ ਅੱਜ ਦਾ ਜਿਹੜਾ ਮਾਹੌਲ ਚੱਲ ਰਿਹਾ ਨਾ ਰਾਜਨੀਤੀ ਦਾ, ਇਹ ਬੜਾ ਗੰਧਲਾ ਹੈ। ਵੱਖ-ਵੱਖ ਥਾਵਾਂ ਤੋਂ ਜਦੋਂ ਰਿਪੋਰਟਾਂ ਆਉਂਦੀਆਂ ਨੇ, ਜਦੋਂ ਅਸੀਂ ਸ਼ਾਮ ਨੂੰ ਬਹਿ ਕੇ ਜਾਂ ਹੋਰਨਾਂ ਚੈਨਲਾਂ ਦੇ ਉੱਤੇ ਡਿਬੇਟ ਦੇਖਦੇ ਹਾਂ, ਤਾਂ ਮੈਂ ਕਈ ਵਾਰ ਅੱਗੇ ਵੀ ਗੱਲ ਕਰਦਾ, ਡਿਬੇਟ ਕਰਨ ਵਾਲੇ ਬੰਦੇ ਆਪਣੀ ਉਸ ਪਾਰਟੀ ਨੂੰ ਜਿਹਨੂੰ ਰੀਪ੍ਰੈਜ਼ੈਂਟ ਕਰ ਰਹੇ ਹੁੰਦੇ ਨੇ ਉਹਨਾਂ ਪ੍ਰਤੀ ਉਹਨਾਂ ਦੀ ਰਾਜਨੀਤਿਕ ਸੋਚ ਨੂੰ ਨਹੀਂ ਜਾਣਦੇ ਜੀ, ਨਾ ਹੀ ਉਹਨਾਂ ਦੀ ਨੀਤੀ ਨੂੰ ਕੋਈ ਪ੍ਰਗਟ ਕਰ ਸਕਦੇ ਨੇ। ਉਹ ਸਿਰਫ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀਆਂ ਲਾਉਂਦੇ ਨੇ, ਇੱਕ ਦੂਜੇ ਦੇ ਕਮਜ਼ੋਰੀਆਂ ਨੂੰ ਬਾਹਰ ਕੱਢਦੇ ਨੇ। ਅਰੇ ਇਹਨਾਂ ਕਦੀ ਵੀ ਰਾਜਨੀਤਿਕ ਬੰਦਿਆਂ ਦੀ ਡਿਬੇਟ ਤਾਂ ਆਪਾਂ ਇਹ ਕੋਸ਼ਿਸ਼ ਕੀਤੀ ਸੀ, ਹਮੇਸ਼ਾ ਹੀ ਇਹ ਯਤਨ ਕਰਦੇ ਰਹੇ ਵੀ ਡਿਬੇਟਾਂ ਹੋਣੀਆਂ ਚਾਹੀਦੀਆਂ, ਕਿਉਂਕਿ ਦੁਨੀਆ ਪੱਧਰ ਤੇ ਜਿੰਨੀਆਂ ਵੀ ਇਲੈਕਸ਼ਨਾਂ ਦੂਸਰਿਆਂ ਦੇਸ਼ਾਂ 'ਚ ਹੁੰਦੀਆਂ ਉਹ 'ਚ ਇਲੈਕਟ੍ਰੋਨਿਕ ਮੀਡੀਆ ਦੇ ਰਾਹੀਂ ਹੁੰਦੀਆਂ, ਮਾਸ ਮੀਡੀਆ ਦੇ ਰਾਹੀਂ ਹੁੰਦੀਆਂ, ਤੇ ਉਸ ਮੀਡੀਆ ਦੇ ਤੌਰ ਤੇ 4 ਬੰਦੇ 5 ਬੰਦੇ ਜਾਂ 6 ਬੰਦੇ ਜਿਹੜੇ ਆਪੋ ਆਪਣੀ ਪਾਰਟੀ ਨੂੰ ਰੀਪ੍ਰੈਜ਼ੈਂਟ ਕਰ ਰਹੇ ਹੁੰਦੇ ਨੇ, ਉਹ ਬੈਠੇ ਹੁੰਦੇ ਨੇ ਤੇ ਪਬਲਿਕ ਸਵਾਲ ਕਰਦੀ ਆ ਉਹਨਾਂ ਨੂੰ, ਉਹ ਸਵਾਲ ਕਰਕੇ ਜਵਾਬ ਮੰਗਦੀ ਆ। ਪਰ ਇੱਥੇ ਪਬਲਿਕ ਦਾ ਤੇ ਇਸ਼ੂ ਘੱਟ ਹੈ, ਨਕਲ ਤੇ ਕਰ ਲਈ ਪਰ ਉਹ ਨਕਲ ਤਰੀਕੇ ਨਾਲ ਨਹੀਂ ਹੋਈ। ਸੋ ਇਹ ਇੱਕ ਦੂਜੇ ਨੂੰ ਇਸ ਢੰਗ ਦੀਆਂ ਮਤਲਬ ਜਿਹੜੀਆਂ ਅਨਪਾਰਲੀਮੈਂਟ ਲੈਂਗੁਏਜ ਜਿਹਨੂੰ ਕਹਿ ਦਿੰਦੇ ਆਪਾਂ, ਉਹ ਸ਼ਬਦ ਬੋਲਦੇ ਨੇ ਉਸ ਵੇਲੇ ਜਿਹੜੇ ਆਮ ਪਬਲਿਕ ਬੰਦਾ ਜਿਹੜਾ ਕੰਨਾਂ 'ਚ ਉਂਗਲਾਂ ਲੈ ਲੈਂਦਾ। ਬਣਦਾ ਤੇ ਇਹ ਹੁੰਦਾ ਵੀ ਜੇ ਕਾਂਗਰਸ ਦਾ ਕੋਈ ਪ੍ਰਵਰਤਾ ਕੋਈ ਆਪਣੀ ਪਾਰਟੀ ਨੂੰ ਰੀਪ੍ਰੈਜ਼ੈਂਟ ਕਰ ਰਿਹਾ ਤੇ ਘੱਟੋ ਘੱਟ ਉਹਨੂੰ ਪਾਲਿਸੀ ਦਾ ਪਤਾ ਹੋਵੇ, ਉਹਨੂੰ ਇਹ ਪਤਾ ਹੋਣਾ ਚਾਹੀਦਾ ਵੀ ਮੈਂ ਜੇ ਪੰਜਾਬ 'ਚ ਹੈ ਤੇ ਯੂਪੀ ਆ, ਬਿਹਾਰ ਹੈ ਜਾਂ ਸਮੁੱਚਾ ਜਿਹੜਾ ਸਾਡਾ ਹਿੰਦੁਸਤਾਨ ਆ ਉਹਦੇ 'ਚ ਕਾਂਗਰਸ ਦੀ ਪਾਲਿਸੀ ਕੀ ਹੈ, ਕਾਂਗਰਸ ਨੇ ਉਸ 'ਤੇ ਕਿਵੇਂ ਦੇ ਡਿਵੈਲਪਮੈਂਟ ਕੀਤੀ ਹੈ, ਕਿਵੇਂ ਡਿਵੈਲਪਮੈਂਟ ਹੋ ਸਕਦੀ ਹੈ। ਪਰ ਉਸ ਬੰਦੇ ਨੂੰ ਤਾਂ ਸਿਰਫ ਆਪਣੇ ਇਲਾਕੇ ਬਾਰੇ ਵੀ ਬਹੁਤਾ ਨਹੀਂ ਪਤਾ ਹੁੰਦਾ, ਸਿਰਫ ਇੰਨਾ ਕੀ ਪਤਾ ਹੁੰਦਾ ਵੀ ਸਾਡਾ ਕੈਂਡੀਡੇਟ ਖੜਾ, ਉਹ ਕੈਂਡੀਡੇਟ ਆਹ ਕਰਦਾ, ਉਸ ਕੈਂਡੀਡੇਟ ਨੇ ਕਦੇ ਸ਼ਰਾਬ ਨਹੀਂ ਪੀਤੀ ਔਰ ਦੂਸਰੇ ਕੈਂਡੀਡੇਟ ਨੇ ਸ਼ਰਾਬ ਪੀਤੀ ਹੈ, ਇਹਨੇ ਬੱਸ ਮਾਰਤੀ ਸੀ। ਇਹ ਗੱਲਾਂ ਜਿਹੜੀਆਂ ਨੇ ਇਹ ਲੋਕਾਂ ਨੂੰ ਕੋਈ ਚੰਗੇ ਰਾਹ ਨਹੀਂ ਪਾਉਂਦੀਆਂ। ਸੋ ਗਿੱਲ ਸਾਹਿਬ ਚਾਹੀਦਾ ਤੇ ਆ ਵੀ ਆਪਾਂ ਨੂੰ ਇਸ ਸੁਚਾਰੂ ਸੋਚ ਜਿਹੜੀ ਡਿਵੈਲਪਮੈਂਟ ਵਾਲੇ ਪਾਸੇ ਲੈ ਕੇ ਜਾਵੇ, ਚੰਗੀ ਸੋਚ ਵਾਲੇ ਪਾਸੇ ਜਾ ਕੇ ਲਾਵੇ। ਜੋ ਇਹ ਪ੍ਰਗਟ ਕਰਦੇ ਨੇ ਉਹਨਾਂ ਦੀ ਪ੍ਰਗਟ ਜਿਹੜੀ ਆ ਸਾਡੇ ਬੱਚਿਆਂ ਤੇ ਬੁਰਾ ਅਸਰ ਪਾਉਂਦੀ ਆ। ਕੱਲ ਨੂੰ ਸਾਡੇ ਬੱਚਿਆਂ ਨੇ ਰਾਈਜ਼ ਕਰਨਾ ਹੈ, ਕੰਪੀਟੀਟਰ ਬਣਨਾ ਹੈ, ਕੰਪੀਟੀਸ਼ਨ 'ਚ ਜਾਣਾ ਹੈ, ਉਹ ਕਿਵੇਂ ਆਪਣੇ ਆਪ ਨੂੰ ਜਿਹੜੇ ਉਹ ਇਦਾਂ ਦਾ ਲੈਵਲ ਕ੍ਰੀਏਟ ਕਰ ਪਾਉਣਗੇ। ਅੱਗੇ ਚੱਲਦੇ ਹਾਂ ਜੀ। ਸੋ ਧੂਰੀ ਦੇ ਵਿੱਚ ਆਪਾਂ ਸੰਗਰੂਰ ਤੇ ਧੂਰੀ ਹਲਕੇ ਦੀ ਆਪਾਂ ਗੱਲਬਾਤ ਕਰਦੇ ਹਾਂ, ਜਿੱਥੇ ਸਾਡੇ ਪੱਤਰਕਾਰ ਦਵਿੰਦਰ ਸਿੰਘ ਸਾਡੇ ਫੋਨ ਦੀ ਵੇਟ ਕਰ ਰਹੇ ਨੇ ਔਰ ਉਹ ਹਲਕੇ ਦੇ ਵਿੱਚ ਮੌਜੂਦ ਨੇ, ਜਿੱਥੇ ਸੰਗਰੂਰ ਦੇ ਵਿੱਚ ਨਰਿੰਦਰ ਕੌਰ ਭਰਾਜ ਦਾ ਆਮ ਆਦਮੀ ਪਾਰਟੀ ਦਾ ਫਸਵਾਂ ਮੁਕਾਬਲਾ ਬਾਕੀ ਪਾਰਟੀਆਂ ਦੇ ਨਾਲ। ਉੱਥੇ ਜਿਹੜਾ ਹੈ ਧੂਰੀ ਦੇ ਵਿੱਚ ਭਗਵੰਤ ਮਾਨ ਤੇ ਗੋਲਡੀ ਦੀ ਬੜੀ ਫਸਵੀਂ ਟੱਕਰ ਆ। ਸੋ ਆਪਾਂ ਦਵਿੰਦਰ ਖੇ ਤੁਸੀਂ ਗੱਲ ਕਰਦੇ ਰਹੋ ਲੈਲ ਸਾਹਿਬ, ਮੈਂ ਕਿ ਕਾਲ ਬਿਲਕੁਲ ਜੀ ਬਿਲਕੁਲ, ਤੁਸੀਂ ਧੂਰੀ ਗੱਲ ਕਰੋ, ਮੈਂ ਗੱਲ ਕਰਦਾ ਸੁਲਤਾਨਪੁਰ ਲੋਧੀ ਦੀ। ਇੱਕ ਪਾਸੇ ਸੁਲਤਾਨਪੁਰ ਲੋਧੀ ਨਵਤੇਜ ਸਿੰਘ ਚੀਮਾ ਕਾਂਗਰਸ ਵੱਲੋਂ ਉੱਥੇ ਆਪਣੀ ਜਿਹੜੀ ਆ ਮੁਹਿੰਮ ਨੂੰ ਮਤਲਬ ਜਿਹੜੀ ਚਲਾ ਰਿਹਾ, ਔਰ ਦੂਸਰੇ ਪਾਸੇ ਸਾਡੇ ਕਾਂਗਰਸ ਦਾ ਹਿੱਸਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਰਾਣਾ, ਉਹਨੇ ਆਪਣੇ ਮੁੰਡੇ ਨੂੰ ਉੱਥੇ ਖਿਲਾਰਿਆ ਹੋਇਆ, ਉੱਥੇ ਉਹਦਾ ਮੁੰਡਾ ਆਜ਼ਾਦ ਤੌਰ ਤੇ ਫਾਈਟ ਕਰ ਰਿਹਾ। ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀਆਂ ਲੱਗ ਰਹੀਆਂ ਨੇ, ਇਸ ਆਧਾਰ ਤੇ ਲੱਗ ਰਹੀਆਂ ਵੀ ਤੁਸੀਂ ਫਲਾਣੇ ਮਤਲਬ ਕੰਮ 'ਚ ਪੈਸੇ ਲਏ ਸੀ, ਫਲਾਣੇ ਥਾਂ ਤੇ ਤੁਸੀਂ ਇਹ ਕੁਝ ਕੀਤਾ, ਪਰ ਸੌਲਿਡ ਗੱਲ ਕਿਤੇ ਨਹੀਂ ਗਈ। ਔਰ ਰਾਣਾ ਸਾਹਿਬ ਦਾ ਇੱਕੋ ਹੀ ਦਾਵਾ ਵੀ ਮੈਂ ਰਾਣਾ ਜੀ, ਇਹ ਰਾਣਾ ਦੁਨੀਆ ਦਾ ਇੱਕ ਰਾਣਾ ਹੈ ਜਿਹੜਾ ਰਾਣਾ ਹੀ ਸਭ ਕੁਝ ਕਰ ਸਕਦਾ। ਉਹਦੇ ਅੰਦਰ ਵੀ ਇੱਕ ਹੈਂਕੜ ਦੀ ਜਿਹੜੀ ਬੋਹ ਹੈ ਉਹ ਅਜੇ ਤੱਕ ਆਉਂਦੀ ਹੈ। ਜੁੜ ਚੁੱਕੇ ਨੇ ਸਾਡੇ ਨਾਲ ਪੱਤਰਕਾਰ ਸੋ ਦਵਿੰਦਰ ਸਿੰਘ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਤਾਂ ਦਵਿੰਦਰ ਜੀ ਸਾਡੇ ਸੀਨੀਅਰ ਪੱਤਰਕਾਰ ਨੇ ਔਰ ਪਿਛਲੇ
ਕਾਫੀ ਲੰਬੇ ਸਮੇਂ ਤੋਂ ਪੱਤਰਕਾਰੀ ਦੇ ਖੇਤਰ ਦੇ ਵਿੱਚ ਮੱਲਾਂ ਮਾਰ ਚੁੱਕੇ ਨੇ ਔਰ ਹੁਣ ਤੱਕ ਕਈ ਇਲੈਕਸ਼ਨ ਜਿਹੜੇ ਨੇ ਉਹ ਕਵਰ ਕਰ ਚੁੱਕੇ ਨੇ। ਬੜਾ ਵਾਈਡ ਤਜਰਬਾ ਜਿਹੜਾ ਹੈਗਾ ਰੱਖਦੇ ਨੇ। ਸੋ ਲਾਈਵ ਟੈਲੀਕਾਸਟ ਵਿੱਚ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਪੱਖ ਦੇ ਮਸਲੇ ਦੇ ਵਿੱਚ। ਔਰ ਸਾਡੇ ਨਾਲ ਦਵਿੰਦਰ ਜੀ ਨੇ ਇਸ ਸਮੇਂ ਸੰਗਰੂਰ ਤੇ ਧੂਰੀ ਹਲਕੇ 'ਚੋਂ, ਜਿੱਥੋਂ ਪਲ ਪਲ ਦੀ ਖਬਰ ਜਿਹੜੀ ਹੈ ਇਹ ਰਿਕਾਰਡ ਕਰ ਰਹੇ ਨੇ ਆਪਣੇ ਕੈਮਰੇ ਰਾਹੀਂ, ਆਪਣੀ ਕਲਮ ਦੇ ਰਾਹੀਂ। ਅੱਛਾ, ਸਭ ਤੋਂ ਪਹਿਲਾਂ ਆਪਾਂ ਸੰਗਰੂਰ ਚੱਲਦੇ ਹਾਂ। ਸੰਗਰੂਰ ਕਿਹੋ ਜਿਹੀ ਪੋਜੀਸ਼ਨ ਹੈ ਦਵਿੰਦਰ ਜੀ? ਸੰਗਰੂਰ ਜੀ ਦੱਸ ਦਈਏ ਮਤਲਬ ਕਿ ਬੀਰੇਂਦਰ ਸਿੰਘ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਉਹ ਵੀ ਇਸ ਵਾਰ ਫਿਰ ਮੈਦਾਨ ਦੇ ਵਿੱਚ ਚੋਣ ਆਏ ਨੇ, ਜਿਹੜੇ ਕੈਬਨਿਟ ਮੰਤਰੀ ਵੀ ਰਹੇ ਨੇ। ਤੇ ਜਿਹੜੇ ਹਲਕਾ ਸਾਬਕਾ ਵਿਧਾਇਕ ਅਰਵਿੰਦ ਖੰਨਾ ਜੀ ਨੇ ਉਹ ਬੀਜੇਪੀ ਪਾਰਟੀ ਤੋਂ ਚੋਣ ਮੈਦਾਨ ਦੇ ਵਿੱਚ ਉਤਰ ਆਏ ਨੇ। ਸ਼੍ਰੋਮਣੀ ਅਕਾਲੀ ਦਲ ਦੇ ਦੇਖਿਆ ਜਾਵੇ ਤਾਂ ਬਿਨਰਜੀਤ ਗੋਲਡੀ ਹੈ, ਉਹ ਵੀ ਨੌਜਵਾਨ ਆਗੂ ਹੈ, ਉਹ ਵੀ ਇਸ ਮੈਦਾਨ ਦੇ ਵਿੱਚ ਉੱਠਿਆ ਹੈ ਜੀ। ਅੱਛਾ, ਭਰਾਜ ਦੀ ਪੋਜੀਸ਼ਨ ਕੀ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ? ਭਰਾ ਦੀ ਪੋਜੀਸ਼ਨ ਵੀ ਬਹੁਤ ਵਧੀਆ ਹੀ ਪੋਜੀਸ਼ਨ ਹੈ। ਦੇਖਿਆ ਜਾਵੇ ਆਮ ਆਦਮੀ ਜੋ ਦਾ ਭਗਵੰਤ ਮਾਨ ਪੰਜਾਬ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਦੌਰਾ ਕਰ ਰਿਹਾ, ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਜਿਹੜੀ ਉਹ ਛਵੀ ਆ ਬਹੁਤ ਵਧੀਆ ਬਣ ਰਹੀ ਹੈ। ਵਧੀਆ ਬਣ ਰਹੀ ਹੈ। ਅੱਛਾ, ਅਰਵਿੰਦ ਖੰਨਾ ਨੇ ਕੁਝ ਸੋਸ਼ਲ ਕਾਜ਼ ਸ਼ੁਰੂ ਕੀਤੇ ਸੀ ਸੰਗਰੂਰ ਦੇ ਵਿੱਚ, ਕੀ ਉਹ ਪਿਛਲੇ 5-10 ਸਾਲਾਂ ਤੋਂ ਚੱਲਦੇ ਆ ਰਹੇ ਨੇ ਕਿ ਉਹਨਾਂ ਨੇ ਬੰਦ ਕਰਤੇ ਸੀ ਉਹ? ਜੀ ਉਹ ਪੂਰੀ ਨਾ ਇੱਕ ਬੀਜੇਪੀ ਰਣਧੀਰ ਦਾ ਦਫ਼ਤਰ ਦਾ ਉਦਘਾਟਨ ਕਰਨਾ ਸੀ, ਸਾਡੇ ਨਾਲ ਸੰਪਰਕ ਕੀਤਾ ਸੀ, ਨਾਲ ਲਾਈਟ ਟੈਲੀਕਾਸਟ ਵੀ ਕੀਤਾ ਸੀ, ਉਹਨਾਂ ਨਾਲ ਗੱਲ ਕੀਤੀ ਸੀ ਵੀ ਤੁਸੀਂ ਚੋਣ ਮੈਦਾਨ ਦੇ ਵਿੱਚ ਜਿਹੜੀ ਦੁਬਾਰਾ ਫਿਰ ਕਿਵੇਂ ਆ ਗਏ? ਪਹਿਲਾਂ ਤੁਸੀਂ ਧੂਰੀ ਨੂੰ ਵਿਚਾਲੇ ਛੱਡ ਕੇ ਚਲੇ ਗਏ ਸੀ, ਕੀ ਕਾਰਨ ਸੀ? ਚਾਹੇ ਕੀ ਰਜੇਵੇਂ ਹੋ ਗਏ ਸੀ ਤੁਹਾਡੇ, ਬਲਕਿ ਤੁਹਾਨੂੰ ਇਹ ਜਿਹੜਾ ਹਲਕਾ ਧੂਰੀ ਨੇ ਲੋਕਾਂ ਨੇ ਫਤਵਾ ਦਿੱਤਾ ਸੀ ਤੁਸੀਂ ਛੱਡ ਕੇ ਚਲੇ ਗਏ, ਤਾਂ ਉਹਨਾਂ ਦਾ ਹੀ ਕਹਿਣਾ ਸੀਗਾ ਕਿ ਮੈਂ ਸਿਆਸਤ ਹੈ ਉਹ ਸਿਆਸਤ ਛੱਡ ਚੁੱਕਿਆ ਸੀਗਾ। ਵੀ ਇਹਨਾਂ ਨੂੰ ਫਿਰ ਪੁੱਛਿਆ ਵੀ ਸਿਆਸਤ ਪਹਿਲਾਂ ਤੁਸੀਂ ਛੱਡ ਚੁੱਕੇ ਸੀ, ਦੁਬਾਰਾ ਵੀ ਸਿਆਸਤ ਆਉਣ ਦਾ ਕੀ ਕਾਰਨ ਹੈ? ਅਜਿਹਾ ਕੀ ਕਾਰਨ ਹੋਣਾ ਪਿਆ ਤੁਹਾਨੂੰ ਸਿਆਸਤ ਆਉਣਾ ਪਿਆ? ਉਹਨਾਂ ਦਾ ਇਹੀ ਕਹਿਣਾ ਕਿ ਸਾਡੇ ਕੁਝ ਜਿਹੜੇ ਬਿਜ਼ਨਸ ਨੇ ਕੋਈ ਇਦਾਂ ਦੇ ਨੇ, ਸਰਕਾਰਾਂ ਦਾ ਰਿਲੇਟਡ ਨੇ, ਸਾਨੂੰ ਦੇਖਣਾ ਪੈਂਦਾ ਕਿ ਉਹ ਇਸ ਕਰਕੇ ਸਾਨੂੰ ਜਿਹੜੇ ਮੈਨੂੰ ਦੁਬਾਰਾ ਫਿਰ ਜਿਹੜਾ ਸਿਆਸਤ ਆਉਣਾ ਪਿਆ। ਵੀ ਹੁਣ ਮੈਂ ਜਿਹੜੀ ਸੰਗਰੂਰ ਤੋਂ ਚੋਣ ਹੈ ਬੀਜੇਪੀ ਦੇ ਫੁੱਲ ਦੇ ਉੱਤੇ ਜਿਹੜੀ ਚੋਣ ਹੈ ਇਹ ਲੜ ਰਿਹਾ ਜੀ। ਅੱਛਾ, ਕੁੱਲ ਮਿਲਾ ਕੇ ਅਕਾਲੀ ਦਲ ਦੀ ਕੀ ਪੋਜੀਸ਼ਨ ਹੈ ਤੁਹਾਡੇ ਹਲਕੇ ਦੇ ਵਿੱਚ, ਸੰਗਰੂਰ ਦੇ ਵਿੱਚ? ਅਕਾਲੀ ਦਲ ਦੀ ਜਿਹੜੀ ਪੋਜੀਸ਼ਨ ਹੈ ਬਹੁਤ ਵਧੀਆ ਹੈ। ਮਤਲਬ ਕਿ ਜਿਹੜੇ ਸੰਗਰੂਰ ਤੋਂ ਨੇ ਬਿਨਰਜੀਤ ਗੋਲਡੀ ਨੇ, ਧੂਰੀ ਤੋਂ ਪ੍ਰਕਾਸ਼ ਗਰਗ ਨੇ, ਉਹ ਵੀ ਇੱਕ ਵਪਾਰੀ, ਜਿਹੜੇ ਪ੍ਰਕਾਸ਼ ਗਰਗ ਨੇ ਇੱਕ ਵਪਾਰੀ ਵਰਗ ਹੈ ਜੋ ਵਪਾਰੀਆਂ ਨਾਲ ਰਹਿੰਦਾ ਹੈ, ਕਿ ਇੱਕ ਮਹਾਜਨ ਬੰਦਾ ਹੈ, ਉਸ ਨਾਲ ਜਿਹੜੀ ਉਹ ਹੈ ਛਵੀ ਹੈ ਉਹਦੀ ਵੀ ਕਾਫੀ ਬਣਦੀ ਜਾ ਰਹੀ ਹੈ। ਅੱਛਾ, ਧੂਰੀ ਦੇ ਵਿੱਚ ਗੋਲਡੀ ਦਾ ਬੜਾ ਵਿਰੋਧ ਹੋ ਰਿਹਾ, ਕਹਿੰਦੇ ਗੋਲਡੀ ਨੇ ਬੜੀ ਪ੍ਰਾਪਰਟੀ ਬਣਾ ਲਈ, ਬੜੀ ਜਾਇਦਾਦ ਬਣਾ ਲਈ, ਕੋਠੀਆਂ ਵੱਡੀਆਂ ਵੱਡੀਆਂ ਪਾ ਲਈਆਂ, ਗੱਡੀਆਂ ਲੈ ਲਈਆਂ, ਤੇ ਲੋਕ ਕਹਿੰਦੇ ਵੀ ਤੂੰ ਇਸ ਵਾਰ ਗੋਲਡੀ ਨੂੰ ਵੋਟ ਨਹੀਂ ਪਾਉਣੀ। ਨਹੀਂ, ਦੇਖਿਆ ਜਾਵੇ ਸਾਰਾ ਦੇਖੋ, ਜੇ ਕੋਈ ਬੰਦਾ ਚੰਗਾ ਕੰਮ ਕਰਦਾ, ਕੋਈ ਵੀ ਕਰਦਾ, ਉਹਦੇ ਤਾਂ ਦੋਸ਼ ਲੱਗਦੇ ਹੁੰਦੇ ਨੇ ਜੀ। ਠੀਕ ਹੈ, ਇੱਕ ਨੌਜਵਾਨ ਆਗੂ ਹੈ ਦਲਵੀਰ ਗੋਲਡੀ, ਪਹਿਲੀ ਵਾਰ ਉਹ ਧੂਰੀ ਆਇਆ ਸੀ, 2017 ਦੇ ਵਿੱਚ ਚੋਣ ਲੜਿਆ ਤੇ ਵਧੀਆ ਵੋਟਾਂ ਨਾਲ 28 ਤੋਂ ਕੁਛ ਵੋਟਾਂ ਨਾਲ ਜਿੱਤਿਆ ਵੀ ਹੈ। ਇਹ ਧੂਰੀ ਦਾ ਪ੍ਰਤਾਪ ਹੈ, ਉਹਨੇ ਸੜਕਾਂ ਮਤਲਬ ਕਿ ਕਿਸੇ ਵੀ ਸ਼ਹਿਰ ਦੀ ਧੂਰੀ ਹੈ 90% ਉਹ ਕੰਮ ਮਤਲਬ ਕਿ ਵਧੀਆ ਤਰੀਕੇ ਨਾਲ ਕਰਾਇਆ। ਪਰ ਦੇਖਿਆ ਇਹ ਵੀ ਜਾਂਦਾ ਹੈ ਜਦੋਂ ਕੋਈ ਵੀ ਲੀਡਰ ਹੈ, ਚਾਹੇ ਕੋਈ ਵੀ ਜਨਤਾ ਨੂੰ ਕੋਈ ਵੀ ਖੁਸ਼ ਨਹੀਂ ਕਰ ਸਕਦਾ। ਜੀ ਜੀ ਜੀ। ਅੱਛਾ, ਭਗਵੰਤ ਮਾਨ ਦਾ ਕੀ ਉੱਥੇ ਆਧਾਰ ਚੱਲ ਰਿਹਾ? ਭਗਵੰਤ ਮਾਨ ਦੀ ਵੀ ਛਵੀ ਹੈ, ਧੂਰੀ ਤੋਂ ਚੋਣ ਲੜ ਰਿਹਾ, ਆਮ ਆਦਮੀ ਮੁੱਖ ਮੰਤਰੀ ਦਾ ਚਿਹਰਾ ਹੈ ਪੰਜਾਬ ਦੇ ਵਿੱਚ। ਜਿਹੜਾ ਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੀਤਾ ਭਗਵੰਤ ਮਾਨ ਨੂੰ, ਜਿਸ ਨੂੰ ਲੈ ਕੇ ਧੂਰੀ ਵਿੱਚ ਜਿਹੜੀ ਪੋਜੀਸ਼ਨ ਆ ਬਹੁਤ ਵਧੀਆ ਬਣਦੀ ਜਾ ਰਹੀ ਹੈ ਜੀ। ਅੱਛਾ, ਜਦੋਂ ਭਗਵੰਤ ਮਾਨ ਜਾਂਦਾ ਉੱਥੇ ਇਕੱਠ ਹੁੰਦਾ ਲੋਕਾਂ ਦਾ ਜੀ? ਜਦੋਂ ਤਾਂ ਤੁਸੀਂ ਇਹ ਦੇਖ ਲਓ, ਇੱਕ ਦੂਜੇ ਪਾਸੇ ਜਿਹੜੇ ਲੀਡਰ ਨੇ ਉਹ ਤਾਂ ਵਰਕਰਾਂ ਨੂੰ ਲੈ ਕੇ ਜਾਂਦੇ ਨੇ, ਪਰ ਭਗਵੰਤ ਮਾਨ ਨੂੰ ਵਰਕਰਾਂ ਨੂੰ ਲੈ ਕੇ ਜਾਣ ਦੀ ਲੋੜ ਨਹੀਂ ਪੈਂਦੀ। ਕਿਉਂਕਿ ਜਿਹੜੇ ਵਰਕਰ ਨੇ ਉਹ ਖੁਦ ਆਪਣੇ ਮੋਟਰਸਾਈਕਲਾਂ 'ਚ ਤੇਲ ਪਾ ਕੇ ਆਪ ਜਾਂਦੇ ਨੇ। ਠੀਕ ਹੈ, ਉਹਨਾਂ ਕਿਸੇ ਖਾਤੇ ਤੋਂ ਜਿਹੜੀ ਜਨਤਾ ਹੈ ਉਹਦੀ ਭਾਸ਼ਣ ਸੁਣ ਜਾਂਦੀ ਹੈ, ਉਹਦੇ ਚੁਟਕਲੇ ਸੁਣ ਜਾਂਦੀ ਹੈ। ਲੋਕ ਆਪ ਹਮਾਰੇ ਅੱਗੇ ਹੋ ਕੇ ਇਕੱਠ ਹੈ ਉਹ ਹੋ ਜਾਂਦਾ ਜੀ। ਤੁਸੀਂ ਲੰਬੇ ਸਮੇਂ ਤੋਂ ਇਸ ਹਲਕੇ 'ਚ ਵਿਚਰ ਰਹੇ ਹੋ, ਤੁਹਾਡਾ ਜਿਹੜਾ ਤਜਰਬਾ ਕੀ ਕਹਿੰਦਾ ਕਿ ਇਸ ਵਾਰ ਆਮ ਆਦਮੀ ਪਾਰਟੀ ਬਾਜੀ ਮਾਰੂਗੀ, ਅਕਾਲੀ ਦਲ ਬਾਜੀ ਮਾਰੂ? ਤੁਹਾਡੇ ਹਲਕੇ 'ਚ ਮੈਂ ਬਾਵਜੂਦ ਜੀ ਪੰਜਾਬ ਦੀ ਗੱਲ ਨਹੀਂ ਕਰਦਾ, ਜਾਂ ਅਕਾਲੀ ਦਲ ਬਾਜੀ ਮਾਰੂਗੀ ਜਾਂ ਕਾਂਗਰਸ ਬਾਜੀ ਮਾਰੂਗੀ? ਸਰ, ਦੇਖਿਆ ਜਾਵੇ ਸਾਡੇ ਹਲਕੇ 'ਚ ਭਗਵੰਤ ਮਾਨ ਖੜਾ ਹੈ, ਦਲਵੀਰ ਗੋਲਡੀ ਹੈ, ਨੌਜਵਾਨ ਹੈ, ਟੱਕਰ ਹੈ। ਦਲਵੀਰ ਗੋਲਡੀ ਟੱਕਰ ਦਊਗਾ ਕਿਉਂਕਿ ਉਹਦੇ ਕੰਮ ਬੋਲਦੇ ਨੇ। ਦੇਖਿਆ ਜਾਂਦਾ ਭਗਵੰਤ ਮਾਨ ਕਹਿੰਦਾ ਵੀ ਗੋਲਡੀ ਮੇਰੇ ਮੁਕਾਬਲੇ 'ਚ ਨਹੀਂ, ਸਾਰੇ ਬਿਲਕੁਲ ਝੂਠ ਹੈ। ਗੋਲਡੀ ਇਸ ਟਾਈਮ ਭਗਵੰਤ ਮਾਨ ਦੇ ਪੂਰੇ ਮੁਕਾਬਲੇ 'ਚ ਹੈ। ਅਕਾਲੀ ਦਲ ਦੀ ਕੀ ਪੋਜੀਸ਼ਨ ਹੈ ਉੱਥੇ? ਅਕਾਲੀ ਦਲ ਦੀ
ਜੀ ਖੁੰਡਿਆਂ ਦੇ ਸਿੰਘ ਨਹੀਂ ਫਸੇ ਹੁੰਦੇ, ਖੁੰਡਿਆਂ ਦੇ ਸਿੰਘ ਫਸੇ ਹੋਏ ਨੇ ਜੀ। ਲਹਿਲ ਸਾਹਿਬ ਸਵਾਲ ਪੁੱਛ ਰਹੇ ਨੇ, ਮੇਰੇ ਨਾਲ ਸੀਨੀਅਰ ਪੱਤਰਕਾਰ ਬੈਠੇ ਨੇ। ਅਕਾਲੀ ਦਲ ਦੀ ਕੀ ਪੋਜੀਸ਼ਨ ਹੈ ਉੱਥੇ? ਅਕਾਲੀ ਦਲ ਦੀ ਛਵੀ ਧੂਰੀ 'ਚ ਬਹੁਤ ਵਧੀਆ ਬਣ ਰਹੀ ਹੈ, ਕਿਉਂਕਿ ਜਿਹੜਾ ਇਹ ਪਹਿਲਾਂ ਸੰਸਦ ਦੀ ਰਹਿ ਚੁੱਕਿਆ 2012 ਦੇ ਵਿੱਚ ਇਹ ਭਵਾਨੀਗੜ੍ਹ ਤੋਂ ਚੋਣ ਜਿੱਤੇ ਸੀ, ਐਮਐਲਏ ਬਣੇ ਸੀਗੇ, ਉਸ ਤੋਂ ਸੰਸਦੀ ਮੈਂਬਰ ਵੀ ਰਹੇ ਨੇ। ਉਸ ਨੂੰ ਲੈ ਕੇ ਇੱਕ ਜਿਹੜਾ ਵਪਾਰੀ ਵਰਗ, ਵਪਾਰੀ ਚਿਹਰਾ ਦਿੱਤਾ ਨਾ ਸ਼੍ਰੋਮਣੀ ਅਕਾਲੀ ਦਲ ਨੇ, ਸੁਖਬੀਰ ਬਾਦਲ ਨੇ ਧੂਰੀ ਨੇ ਕੁਝ ਵਪਾਰੀ ਵਰਗ ਦਿੱਤਾ ਹੈ। ਵਪਾਰੀ ਚਿਹਰੇ ਨਾਲ ਉਸ ਨੂੰ ਬਹੁਤ ਵੱਡੀ ਫਰਕ ਪੈਂਦੀ ਹੈ, ਕਿਉਂਕਿ ਇੱਕ ਤਾਂ ਗਰਗ ਹੈ ਜਿਹੜੀ ਮਹਾਜਨ ਵੋਟ ਆ, ਬਹੁਤ ਵੱਡਾ ਫਰਕ ਪੈਂਦਾ ਸਰ। ਅੱਛਾ, ਹਿੰਦੂ ਵੋਟ ਕਿੰਨੀ ਕੁ ਹੈ ਆਪਣਾ ਖੇਪਲ ਸਾਹਿਬ ਇੱਥੇ? ਸਰ ਸਾਡੀ ਦੇਖਿਆ ਜਾਵੇ 1,62,000 ਕੁਛ ਵੋਟ ਧੂਰੀ ਦੀ ਵੋਟ ਹੈ। 1,62,500 ਕੁਛ ਵੋਟਾਂ ਨੇ, ਜਿਹਦੇ ਵਿੱਚ 85,000 ਵੋਟ ਹੈ ਇਹ ਪਿੰਡਾਂ ਦੀ ਵੋਟ ਹੈ। ਬਾਕੀ ਦੀ ਵੋਟ ਆ ਉਹ ਸ਼ਹਿਰ ਦੀ ਵੋਟ ਹੈ ਜੀ। ਸ਼ਹਿਰ ਦੀ ਵੋਟ ਆ, ਬਹੁਤ ਵਧੀਆ ਵੋਟ ਹੈ, ਮਤਲਬ 70-75,000 ਵੋਟ ਹੈ। ਇਹਦੇ ਵਿੱਚ ਮਤਲਬ ਕਿ ਜੇ ਕੋਈ 35-40,000 ਵੋਟ ਲੈ ਜਾਂਦਾ ਉਹ ਜੇਤੂ ਕਰਾਰ ਹੁੰਦਾ, ਕਿਉਂਕਿ 1.25 ਲੱਖ ਦੀ ਵੋਟ ਆ ਉਹ ਕੋਲ ਹੁੰਦੀ ਹੈ ਜੀ 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 ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਗੱਲ ਕਰਨ ਵਾਸਤੇ ਜੀ। ਸੋ ਇਹ ਸਨ ਦਵਿੰਦਰ ਜੀ ਜਿਹੜੇ ਕਿ ਸੰਗਰੂਰ ਤੇ ਧੂਰੀ ਹਲਕੇ 'ਚ ਬਣੇ ਹੋਏ ਨੇ। ਲਹਿਲ ਸਾਹਿਬ ਜੀ ਕੱਲ ਆਪਾਂ ਗੱਲ ਕਲੀਅਰ ਕਰਤੀ ਸੀ ਕਿ ਨਤੀਜੇ ਸਾਫ਼ ਹੁੰਦੇ ਨਜ਼ਰ ਆ ਰਹੇ ਨੇ, ਪਰ ਦਵਿੰਦਰ ਦੀ ਗੱਲ ਤੋਂ ਨਤੀਜੇ ਫੇਰ ਉਲਝਦੇ ਹੋਏ ਨਜ਼ਰ ਆ ਰਹੇ ਨੇ। ਕਾਰਨ ਇਹ ਹੈ ਵੀ ਕਦੇ ਉੱਪਰ ਕਦੇ ਥੱਲੇ। ਇਹ ਜਿਸ ਹਿਸਾਬ ਨਾਲ ਦਵਿੰਦਰ ਜੀ ਨੇ ਗੱਲ ਕੀਤੀ ਹੈ, ਅਕਾਲੀ ਦਲ ਵੀ ਬਹੁਤ ਵਧੀਆ ਪੋਜੀਸ਼ਨ 'ਚ ਜਾ ਰਿਹਾ ਹੈ, ਆਮ ਆਦਮੀ ਪਾਰਟੀ ਵਧੀਆ ਪੋਜੀਸ਼ਨ 'ਚ ਹੈ, ਗੋਲਡੀ ਵਧੀਆ ਪੋਜੀਸ਼ਨ 'ਚ ਹੈ, ਕਾਂਗਰਸ ਵਾਲੇ। ਮਤਲਬ ਕਹਿ ਸਕਦੇ ਆ ਲਹਿਲ ਸਾਹਿਬ ਵੀ ਜਿਹੜਾ ਜਿੱਤ ਦਾ ਅੰਕੜਾ ਹੈ ਮੇਰੇ ਹਿਸਾਬ ਦੇ ਨਾਲ ਇਸ ਵਾਰ 200 400 500 ਹੋਊਗਾ, ਜਿਸ ਤਰ੍ਹਾਂ ਪਿਛਲੇ ਵਾਰੀ ਸਿਰਫ 2800 ਰਿਹਾ ਸੀ। ਪਰ ਗਿੱਲ ਸਾਹਿਬ ਇੱਕ ਗੱਲ ਵੇਖਿਓ ਜੀ ਵੀ ਜਦੋਂ ਵੀ ਆਪਾਂ ਗਰਾਊਂਡ ਲੈਵਲ ਤੇ ਜਾ ਕੇ ਪੱਤਰਕਾਰਾਂ ਨਾਲ ਗੱਲ ਕਰਦੇ ਹਾਂ, ਥੱਲੇ ਰਿਪੋਰਟਾਂ ਆਉਂਦੀਆਂ ਜੀ, ਉਹ ਆਮ ਆਦਮੀ ਪਾਰਟੀ, ਕਾਂਗਰਸ ਤੇ ਅਕਾਲੀ ਦਲ ਤੇ ਆਣ ਕੇ ਜਿਹੜੀ ਆਪਣੀ ਉਹ ਚਰਚਾ ਜਿਹੜੀ ਚੱਲਦੀ ਹੈ ਜੀ। ਔਰ ਦੂਜੀਆਂ ਜਿਵੇਂ ਕਿ ਰਾਜੇਵਾਲ ਨੇ ਗੱਲ ਕਹੀ ਸੀ ਵੀ ਅਸੀਂ ਬਹੁਤ ਵੱਡੀ ਲੀਡ ਨਾਲ ਜਿੱਤਾਂਗੇ, ਉਹ ਕਿਤੇ ਵੀ ਇਸ ਐਨਾਲਿਸਿਸ ਦੇ ਵਿੱਚ ਰਾਜੇਵਾਲ ਵੱਲੋਂ ਜਿਹੜਾ ਸੰਯੁਕਤ ਸਮਾਜ ਮੋਰਚਾ ਹੈ ਉਹਦੇ ਕੈਂਡੀਡੇਟ ਦੀ ਕਦੇ ਕਿਸੇ ਨੇ ਗੱਲਾਂ ਨਹੀਂ ਕੀਤੀਆਂ। ਜਿੱਥੋਂ ਤੱਕ ਮੈਨੂੰ ਲੱਗਦਾ ਹੈ ਵੀ ਰਾਜੇਵਾਲ ਦੀ ਕਿਤੇ ਇਹ ਜਿਹੜਾ ਉਹ ਕਾਰਜ ਕੀਤਾ ਇਹਨੇ ਚੋਣਾਂ ਦੇ ਸੰਬੰਧਿਤ, ਕਿਤੇ ਇਹ ਲੈ ਹੀ ਨਾ ਡੁੱਬੇ ਇਹਨਾਂ ਨੂੰ। ਕਿਉਂਕਿ ਕਿਤੇ ਵੀ ਮੈਂ ਜਦੋਂ ਵੀ ਕਿਸੇ ਪੱਤਰਕਾਰ ਨਾਲ ਆਪਾਂ ਦੋਵੇਂ ਗੱਲਾਂ ਕਰਦੇ ਹਾਂ ਤੇ ਜਦੋਂ ਬਾਕੀਆਂ ਦੀ ਪੁੱਛਦੇ ਹਾਂ ਤਾਂ ਜਦੋਂ ਇਹਨਾਂ ਦੇ ਬਾਰੇ ਗੱਲ ਕਰਦੇ ਵੀ ਕਿਸਾਨ ਮੋਰਚਾ, ਕਿਉਂਕਿ ਕਿਸਾਨਾਂ ਨੇ ਪਿਛਲੇ 1 ਸਾਲ ਲਗਾਤਾਰ ਮਤਲਬ ਜਿਹੜਾ 13 ਮਹੀਨੇ ਜਿਹੜਾ ਸੰਘਰਸ਼ ਲੜਿਆ, ਜਿਹਦੇ ਆਧਾਰ ਦੇ ਉੱਤੇ ਕੇਜਰੀਵਾਲ ਸਾਹਿਬ ਰਾਜੇਵਾਲ ਸਾਹਿਬ ਨੇ ਬਾਕੀ ਸਾਰੀਆਂ ਜਥੇਬੰਦੀਆਂ ਨੂੰ ਛੱਡ ਕੇ ਤੇ ਇਕੱਲੇ ਤੌਰ ਤੇ ਜਾਂ ਕੁਝ ਹੋਰਨਾਂ ਨੂੰ ਨਾਲ ਲੈ ਕੇ ਐਲਾਨ ਕਰ ਦਿੱਤਾ ਸੀ ਇਸ ਭਰਮ ਭੁਲੇਖੇ 'ਚ ਕਿ ਅਸੀਂ ਇਹ ਸੰਘਰਸ਼ ਜਿੱਤ ਲਿਆ ਤੇ ਹੁਣ ਪੰਜਾਬ ਦੀਆਂ ਜਿਹੜੀਆਂ ਚੋਣਾਂ ਵੀ ਉਹ ਜਿੱਤ ਲਵਾਂਗੇ। ਪਰ ਉਹਨਾਂ ਚੋਣਾਂ ਦੇ ਦੌਰਾਨ ਕਦੇ ਵੀ ਬਾਕੀ ਇਸ ਐਨਾਲਿਸਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਖੜੇ ਜਿਹੜੇ ਕੈਂਡੀਡੇਟ ਆ ਉਹਨਾਂ ਦਾ ਕਦੇ ਵੇਰਵਾ ਨਹੀਂ ਆਇਆ ਜੀ। ਸੋ ਲਹਿਲ ਸਾਹਿਬ ਤੇ ਕੀ ਗੱਲ ਹੈ, ਇੱਕ ਗੱਲ ਹੈ, ਕੱਲ ਦੇ ਆਪਾਂ ਸ਼ੋਅ 'ਚ ਗੱਲ ਕਰੀ ਸੀ ਵੀ ਪੋਜੀਸ਼ਨ ਸਾਫ਼ ਹੁੰਦੀ ਨਜ਼ਰ ਆ ਰਹੀ ਹੈ। ਦੇਖੋ ਕੋਹਰੇ ਦੇ ਜਿਹੜੇ ਬੱਦਲ ਨੇ ਉਹ ਤਾਂ ਦੇਖੋ ਹੌਲੀ ਹੌਲੀ ਹਟਦੇ ਨਜ਼ਰ ਆ ਰਹੇ ਨੇ, ਪਰ ਹਜੇ ਸਮਾਂ ਪਿਆ, ਦਿਨ ਕਾਫੀ ਪਏ ਨੇ। ਜੇ ਆਪਾਂ ਹੁਣੇ ਨਤੀਜਾ ਐਲਾਨ ਕਰਤਾ, ਹੁਣੇ ਆਪਾਂ ਇਹ ਗੱਲ ਕਹਿੰਦੇ ਵੀ ਕਿਹਦੀ ਸਰਕਾਰ ਆਊਗੀ, ਤਾਂ ਫਿਰ ਜੇ ਉਹ ਸਰਕਾਰ ਨਾ ਆਈ ਤਾਂ ਆਪਣੀ ਮਿੱਟੀ ਬੜੀ ਪਲੀਤ ਹੋਣੀ ਹੈ। ਨਹੀਂ, ਸਮੀਕਰਨ ਤਾਂ ਕਦੇ ਵੀ ਬਦਲ ਸਕਦੇ ਆਪਾਂ ਮੈਂ ਪਤਾ ਕੀ ਚਾਹੁੰਦਾ, ਸੁਣੋ ਮੇਰੀ ਗੱਲ, ਆਪਾਂ ਚਾਹੁੰਦੇ ਵੀ ਆਪਾਂ ਠੋਸ ਰਿਜ਼ਲਟ ਦੇਈਏ। ਠੀਕ ਹੈ, ਆਪਾਂ ਨਤੀਜਾ ਉਹ ਕੱਢੀਏ, ਆਪਾਂ ਇੱਕ ਤਰ੍ਹਾਂ ਦੇ ਟੀਚਰ ਬਣ ਗਏ। ਆਪਾਂ ਪੇਪਰ ਚੈੱਕ ਕਰ ਰਹੇ ਹਾਂ ਹਲੇ, ਆਪਾਂ ਕਦੇ ਸੰਗਰੂਰ ਦੇ ਚੈੱਕ ਕਰ ਲਏ, ਕਦੇ ਮੋਗੇ ਦੇ ਚੈੱਕ ਕਰ ਲਏ, ਕਦੇ ਧੂਰੀ ਦੇ ਚੈੱਕ ਕਰ ਲਏ, ਹੈ ਨਾ, ਵੱਖ-ਵੱਖ ਹਲਕਿਆਂ ਦੇ ਵਿੱਚ ਆਪਾਂ ਜਾ ਰਹੇ ਹਾਂ। ਔਰ ਜਦੋਂ ਆਪਾਂ ਇਹਨਾਂ ਹਲਕਿਆਂ ਦੀ ਜੇ ਆਪਾਂ ਗੱਲਬਾਤ ਕਰੀਏ ਤਾਂ ਫਿਰ ਆਪਾਂ 3 ਕੁ ਦਿਨ ਪਹਿਲਾਂ ਨਤੀਜਾ ਕੱਢਾਂਗੇ। ਬਿਲਕੁਲ ਜੀ, ਬਿਲਕੁਲ 3 ਕੁ ਦਿਨ ਪਹਿਲਾਂ ਨਤੀਜਾ ਕੱਢਣਾ। ਕਿਉਂਕਿ ਇੱਕ ਗੱਲ ਤਾਂ ਸਪਸ਼ਟ ਹੈ ਕਿ ਅੱਜ 4 ਜਿਹੜੀ ਫਰਵਰੀ ਹੋ ਗਈ ਹੈ ਤੇ ਇਹ 4 ਫਰਵਰੀ ਜਿਹੜੀ ਹੈ ਇਹ ਤੱਕ ਜਿਹੜੇ ਇੱਕ ਚੀਜ਼ ਤਾਂ ਕਲੀਅਰ ਹੋ ਚੁੱਕੀ ਕਿ ਹੁਣ ਨਵੀਆਂ ਕੋਈ ਨੋਮੀਨੇਸ਼ਨਾਂ ਨਾ ਭਰੀਆਂ ਜਾਣੀਆਂ, ਨਾ ਰਿਜੈਕਟ ਹੋਣੀਆਂ, ਔਰ ਨਾ ਹੀ ਜਿਹੜੀਆਂ ਨੇ ਕੋਈ ਵਾਪਸ ਕਿਸੇ ਨੇ ਇੱਕ ਦੂਜੇ ਦੇ ਹੱਕ 'ਚ ਨਾ ਜਿਹੜੇ ਉਹ ਲੈਣੇ ਸੀ। ਹੁਣ ਕੁਝ ਨਹੀਂ। ਸੋ ਅੱਜ ਲਾਸਟ ਦਿਨ ਹੈ ਕਿ ਅੱਜ ਤੋਂ ਬਾਅਦ ਫਿਰ ਜਿਹੜਾ ਚੋਣ ਮੈਦਾਨ ਹੈ ਉਹ ਬਿਲਕੁਲ ਸਾਫ਼ ਆ ਵੀ ਕਿਹੜੇ ਕੈਂਡੀਡੇਟ ਜਿਹੜੇ ਨੇ ਉਹ ਮੈਦਾਨ 'ਚ ਆ ਗਏ ਨੇ। ਜਗਮੋਹਨ ਸਿੰਘ ਕੰਗ, ਬੱਬੀ ਬਾਦਲ ਜਿਹੜਾ ਕਿ ਪਹਿਲਾਂ ਸੁਖਬੀਰ ਬਾਦਲ ਦਾ ਇੱਥੋਂ ਪਹਿਲਾਂ ਹੋਰ ਵੀ ਜੀ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਹੰਸਪਾਲ ਜੀ ਸੀ, ਉਹ ਵੀ ਜਿਹੜੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਨੇ। ਇਹਦੇ ਨਾਲ ਜਿੱਥੇ ਬੱਬੀ ਬਾਦਲ ਦਾ ਮਤਲਬ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਜਾਣ ਦੇ ਨਾਲ ਕੁਲਵੰਤ ਸਿੰਘ ਦੀ ਜਿਹੜੀ ਹੈ ਉਹ ਪਾਰੀ ਜਿਹੜੀ ਹੈ ਉਹ ਅੱਗੇ ਜਾਂਦੀ ਨਜ਼ਰ ਆਉਂਦੀ ਹੈ। ਕਿਉਂਕਿ ਭਾਵੇਂ ਕਿ ਆਪਣੇ ਸਾਡੇ
ਬਲਬੀਰ ਸਿੰਘ ਸਿੱਧੂ ਸਾਬਕਾ ਕੈਬਨਿਟ ਮੰਤਰੀ ਜਿਹੜੇ ਸਿਹਤ ਵਿਭਾਗ ਸੀ, ਉਹਨਾਂ ਨੇ ਕਾਫੀ ਸਮਾਂ, ਕਿਉਂਕਿ ਕਈ ਵਾਰ ਉਹ 4 ਵਾਰ ਮੇਰਾ ਖਿਆਲ ਉਹ MLA ਬਣੇ ਔਰ 1 ਵਾਰ ਮੰਤਰੀ ਬਣੇ, ਵਿਕਾਸ ਦੇ ਪੱਖ ਤੋਂ ਉਹਨਾਂ ਨੇ ਵੀ ਬਹੁਤ ਵੱਡਾ ਜਿਹੜਾ ਸੀ ਉਹ ਮੋਹਾਲੀ ਦੇ ਅੰਦਰ ਜਿਹੜਾ ਵਿਕਾਸ ਕਰਾਇਆ। ਅੱਜ ਲੋਕ ਵੱਖਰੀ ਗੱਲ, ਇੱਕ ਵੱਖਰੀ ਗੱਲ ਹੈ। ਮੈਂ ਤਾਂ ਤੁਹਾਨੂੰ ਵਿੱਚ ਇੰਟਰਪਟ ਕਰ ਰਿਹਾ। ਹੈਲੋ, ਠੀਕ ਆ ਜੀ, ਅੱਗੇ ਤੋਰਾਂਗੇ ਗੱਲ ਜੀ। ਸਾਡੇ ਨਾਲ ਇਸ ਸਮੇਂ ਹਲਕਾ ਖਰੜ ਤੋਂ ਸੰਯੁਕਤ ਸਮਾਜ ਮੋਰਚਾ ਦੇ ਜਿਹੜੇ ਉਮੀਦਵਾਰ ਨੇ ਪਰਮ ਬੈਦਵਾਨ, ਜਿਨ੍ਹਾਂ ਦਾ ਮੈਂ ਦੱਸ ਦਿਆਂ ਕਿ ਕਿਸਾਨੀ ਸੰਘਰਸ਼ ਦੇ ਵਿੱਚ ਇੰਨਾ ਵੱਡਾ ਯੋਗਦਾਨ ਰਿਹਾ, ਦਿਨ ਰਾਤ ਲੰਗਰ ਛਕਾਏ। ਇਹ ਪਹਿਲੇ ਬੰਦੇ ਸੀ ਜਿਨ੍ਹਾਂ ਨੇ ਆਟੋਮੈਟਿਕ ਮਸ਼ੀਨਾਂ ਲੰਗਰ ਰੋਟੀਆਂ ਪਕਾਉਣ ਵਾਲੀਆਂ ਲਾਈਆਂ ਔਰ ਜਿਹਦੀ ਕੀਮਤ ਲੱਖਾਂ ਦੇ ਵਿੱਚ ਸੀ। ਔਰ ਦਿਨ ਰਾਤ 24 ਘੰਟੇ ਇਸ ਨੌਜਵਾਨ ਨੇ ਪੂਰੇ 1.25 ਸਾਲ ਦਿੱਲੀ ਦੇ ਬਾਰਡਰਾਂ ਤੇ ਲੰਗਰ ਲਾਏ ਔਰ ਇਹੀ ਕਾਮਨਾ ਕੀਤੀ ਵੀ ਕਿ ਸੰਘਰਸ਼ ਜਿੱਤ ਕੇ ਅਸੀਂ ਵਾਪਸ ਮੁੜਾਂਗੇ, ਔਰ ਜਿੱਤ ਕੇ ਵੀ ਆਏ ਔਰ ਜਗ੍ਹਾ ਜਗ੍ਹਾ ਤੇ ਸਨਮਾਨ ਹੋ ਰਿਹਾ। ਹੁਣ ਸੰਯੁਕਤ ਸਮਾਜ ਮੋਰਚਾ ਨੇ ਇਹਨਾਂ ਨੂੰ ਹਲਕਾ ਖਰੜ ਤੋਂ ਉਮੀਦਵਾਰ ਲਾਇਆ। ਸਤਿ ਸ਼੍ਰੀ ਅਕਾਲ ਪਰਮ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰੇ ਸਰੋਤਿਆਂ ਨੂੰ ਜੀ। ਅੱਛਾ, ਮੈਨੂੰ ਇਹ ਗੱਲ ਦੱਸੋ, ਕਿਸ ਤਰੀਕੇ ਦਾ ਰਿਸਪੌਂਸ ਮਿਲ ਰਿਹਾ ਹਲਕਾ ਖਰੜ ਤੋਂ? ਤੁਸੀਂ ਅੱਜ ਪਿੰਡਾਂ, ਮੈਨੂੰ ਪਤਾ ਤੁਹਾਡਾ ਸ਼ਡਿਊਲ ਬਹੁਤ ਟਾਈਟ ਹੈ, 5 ਮਿੰਟ ਤੁਹਾਨੂੰ ਮੈਂ ਤੁਹਾਡੇ ਤੇ ਲਾਉਂਗਾ। ਮੈਂ ਤੁਹਾਡੇ ਤੇ ਬਹੁਤ ਵਧੀਆ ਰਿਸਪੌਂਸ ਹੈ। ਦੇਖੋ ਪਤਾ ਕੀ ਗੱਲ ਹੈ ਜੀ, ਲੋਕਾਂ ਨੇ ਸੰਤਾਪ ਵਧਾਇਆ ਜੀ, 1.25 ਸਾਲ 1.5 ਸਾਲ ਲੋਕਾਂ ਨੇ ਸੰਤਾਪ ਵਧਾਇਆ। ਅੱਕੇ ਬੈਠੇ ਲੋਕਾਂ ਨੂੰ ਸਭ ਪਤਾ ਕਿਹੜੀ ਪਾਰਟੀ ਨੇ ਕੀ ਦਿੱਤਾ। ਲੋਕ ਆਪ ਮੁਹਾਰੇ ਤੁਰੇ ਹੋਏ। ਸਾਨੂੰ ਤਾਂ ਜਿਹੜੇ ਨਾ ਬੁਲਾਏ ਸਿਰਫ ਵੀ ਆ ਜਾਓ ਭਰਾਵੋ, ਤੁਸੀਂ ਇੱਥੇ ਆ ਜਾਓ। ਬਹੁਤ ਵਧੀਆ ਰਿਸਪੌਂਸ ਹੈ ਤੇ ਬਹੁਤ ਵੱਡਾ ਜਿਹੜਾ ਹੈ ਜੀ, ਕਹਿ ਸਕਦੇ ਆਪਾਂ ਵੀ ਅਣਖੀਲੇ ਹਜ਼ਾਰਾਂ ਲੋਕਾਂ ਦਾ ਸਾਥ ਹੈ ਜੀ। ਅੱਛਾ ਪਰਮ ਜੀ, ਇੱਕ ਹੋਰ ਸਵਾਲ ਹੈ, ਤੁਸੀਂ ਇਹ ਨਹੀਂ ਸਮਝਦੇ ਕਿ ਰਾਜੇਵਾਲ ਸਾਹਿਬ ਦੀ ਇਹਨਾਂ ਇਲੈਕਸ਼ਨਾਂ ਦੇ ਵਿੱਚ ਤੁਹਾਡੀ ਪੂਰੀ ਸੰਯੁਕਤ ਸਮਾਜ ਮੋਰਚਾ ਦੀ ਕੋਈ ਬਹੁਤੀ ਤਿਆਰੀ ਨਹੀਂ ਸੀ ਕਿ ਜੱਕ ਦਾ ਕਰਕੇ ਟਿਕਟਾਂ ਅਲਾਟ ਕਰਤੀਆਂ ਔਰ ਉਸ ਤੋਂ ਬਾਅਦ ਮੈਦਾਨ 'ਚ ਉਤਾਰਤਾ? ਤੁਹਾਨੂੰ ਥੋੜੀ ਜਿਹੀ ਪ੍ਰੋਬਲਮ ਨਹੀਂ ਆ ਰਹੀ ਇਸ ਗੱਲ ਦੀ? ਦੇਖੋ ਜੀ, ਗੱਲ ਏਦਾਂ ਨਾ ਵੀ ਜੇ ਥੋੜੀ ਬਹੁਤੀ ਏਦਾਂ ਦੀ ਲੇਟ ਵਾਲਾ ਸਿਸਟਮ ਜ਼ਰੂਰ ਆਪਾਂ ਨੂੰ ਹੋ ਰਿਹਾ, ਪਰ ਜਿਹੜਾ ਲੇਟ ਵਾਲਾ ਆਪਾਂ ਨੂੰ ਜਿਸ ਤਰ੍ਹਾਂ ਲੇਟ ਪਾਰਟੀ ਨਹੀਂ ਰਜਿਸਟਰ ਹੋਣੇ, ਜਿਹਨਾਂ ਨੇ ਦਿੱਕਤਾਂ ਲਾਈਆਂ, ਆਪ ਪਾਰਟੀ ਵਾਲਿਆਂ ਨੇ ਵਕੀਲ ਖੜੇ ਕੀਤੇ ਭਰਾ ਸਾਡੇ, ਤੇ ਇਹਦੇ ਨਾਲ ਕੋਈ ਦਿੱਕਤ ਜ਼ਰੂਰ ਆ ਰਹੀ ਹੈ। ਪਰ ਜਿਸ ਤਰ੍ਹਾਂ ਲੋਕਾਂ 'ਚ ਰਿਸਪੌਂਸ ਮਿਲ ਰਿਹਾ, ਉਹ ਅੱਕੇ ਬੈਠੇ ਸੀ, ਜਿੱਦਾਂ ਕਹਿੰਦੇ ਅਸੀਂ ਤਾਂ ਲੋਕਾਂ ਨੂੰ ਵੋਟ ਪਾਉਣੀ ਸੀ ਵੀ, ਪਰ ਹੁਣ ਆਪਣੀ ਪਾਰਟੀ ਨੂੰ ਪਾਵਾਂਗੇ। ਨਹੀਂ ਆਪਣੇ ਬੈਦਵਾਨ ਜੀ ਸੀ ਸਰ। ਅੱਛਾ, ਤੁਸੀਂ ਦੱਸੋ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਤੁਹਾਡੇ ਇਸ ਮੋਰਚੇ 'ਚ ਸ਼ਾਮਲ ਨਹੀਂ ਹੋਈਆਂ, ਜਦੋਂ ਤੁਸੀਂ ਪਿੰਡਾਂ ਜਾਂਦੇ ਹੋ, ਉਹਨਾਂ ਦੇ ਵੀ ਉੱਥੇ ਜਿਹੜੇ ਹੈਗੇ ਨੇ ਕਿਸਾਨਾਂ ਨਾਲ ਸੰਬੰਧਿਤ ਨੇ, ਉਹਨਾਂ ਦਾ ਕੀ ਵਿਊ ਹੈ ਤੁਹਾਡੇ ਪ੍ਰਤੀ? ਕੀ ਉਹ ਤੁਹਾਨੂੰ ਸਹਿਯੋਗ ਦੇ ਰਹੇ ਨੇ ਜਾਂ ਉਹ ਬਾਹਰ ਨੇ? ਗੱਲ ਏਦਾਂ ਜੀ, ਦੇਖੋ ਉਹ ਵੀ ਭਰਾ ਨੇ ਸਾਡੇ ਜੀ। ਦੇਖੋ ਵੋਟਾਂ ਤਾਂ ਹੋਰ ਨੂੰ ਨਹੀਂ ਪਾਉਣਗੇ, ਸਤਾਪ ਤਾਂ ਉਹਨਾਂ ਲੋਕਾਂ ਨੇ ਹਟਾਇਆ ਜੀ, ਇਹੋ ਜੀ ਕੋਈ ਗੱਲ ਨਹੀਂ ਕਰ ਰਹੇ। ਉਹ ਵੋਟ ਤਾਂ ਪਾਉਂਦੇ ਤਾਂ ਕਿਸਾਨ ਮਜ਼ਦੂਰ ਦੇ ਪੁੱਤ ਨੂੰ ਪਾਉਣਗੇ ਤੇ ਉਹ ਇਹੋ ਜਿਹਾ ਕੁਝ ਬੋਲ ਨਹੀਂ। ਇੱਥੇ ਸਭ ਬਹੁਤ ਵਧੀਆ ਜੀ, ਆਪਣਾ ਦਰਦ ਸਮਝ ਰਹੇ ਨੇ ਸਾਰੇ। ਨਹੀਂ, ਜੇ ਤੁਹਾਨੂੰ ਖਰੜ ਦੀ ਇੱਥੋਂ ਨੁਮਾਇੰਦਗੀ ਕਰਨ ਦਾ ਮੌਕਾ ਮਿਲਦਾ ਹੈ, ਤੁਸੀਂ ਜਿੱਤ ਜਾਂਦੇ ਹੋ, ਤੇ ਤੁਸੀਂ ਕਿਸ ਗੱਲ ਦੇ ਉੱਤੇ ਜਿਹੜੀ ਵੋਟਾਂ ਮੰਗ ਰਹੇ ਹੋ, ਕਿਸ ਗੱਲ ਨੂੰ ਪਹਿਲ ਦਿਓਗੇ? ਕਿਹੜੀਆਂ ਮੰਗਾਂ ਜਿਹੜੀਆਂ ਤੁਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਸੰਬੰਧਿਤ ਹੋ ਕੇ, ਬਾਕੀ ਜਿਹੜੇ ਵਿਕਾਸ ਦੇ ਕਾਰਜ ਆ ਉਹ ਕਿਸ ਢੰਗ ਨਾਲ ਤੁਸੀਂ, ਤੁਹਾਡੀ ਨਜ਼ਰ 'ਚ ਕਿਹੜੇ ਨੇ ਜਿਹੜੇ ਵਿਕਾਸ ਕਾਰਜ ਹੋਣ ਵਾਲੇ ਨੇ? ਸਰ ਮੁੱਦੇ ਬਹੁਤ ਨੇ, ਮੁੱਦਾ ਹੋਏ ਵਿਚਾਰ ਹੀ ਕੋਈ ਨਹੀਂ ਗਿਆ। ਹੈਲਥ ਦਾ ਲੈ ਲਓ ਮੁੱਦਾ, ਜਿਹੜਾ ਹਸਪਤਾਲਾਂ ਦਾ ਮਾੜਾ ਹਾਲ ਹੈ, ਸਿਹਤ ਸੇਵਾਵਾਂ ਦਾ, ਪੂਰੇ ਡਾਕਟਰ ਨਹੀਂ ਹੈ, ਚੰਗੀ ਮਸ਼ੀਨਰੀ ਨਹੀਂ, ਚੰਗਾ ਸਟਰਕਚਰ ਨਹੀਂ ਹੈ। ਤੁਸੀਂ ਐਜੂਕੇਸ਼ਨ ਦਾ ਲੈ ਲਓ, ਸਕੂਲਾਂ ਦੇ ਸਟਰਕਚਰ, ਪੂਰੇ ਮਾਸਟਰ ਨਹੀਂ ਸਾਡੇ ਭਰਾ ਉੱਥੇ। ਤੇ ਇਹ ਏਦਾਂ ਦੇ ਮੁੱਦੇ, ਜਿਸ ਤਰ੍ਹਾਂ ਹੁਣ ਤੁਸੀਂ ਬੱਸ ਸਟੈਂਡ ਖਰੜ ਦਾ ਲੈ ਲਓ, ਬਹੁਤ ਵੱਡਾ ਮੁੱਦਾ ਹੈ, ਤੇ ਪਾਣੀ ਦਾ ਪੱਧਰਾ ਥੱਲੇ ਚਲੇ ਗਿਆ, ਉਹਦਾ ਮੁੱਦਾ ਹੈ ਜੀ। ਅੱਜ ਲੋੜ ਹੈ ਤੇ ਕਿਸਾਨਾਂ ਨੂੰ ਜਿਹੜੇ ਆਪਾਂ ਦਵਾਈਆਂ ਹੈ, ਨਕਲੀ ਬਹੁਤ ਸਿਸਟਮ ਆ ਰਿਹਾ, ਬਹੁਤ ਸਾਡੇ ਕਿਸਾਨ ਭਰਾ ਜਿਹੜੇ ਉਹ ਠੱਗੇ ਜਾ ਰਹੇ ਹੈ, ਜਿਹੜੇ ਇੱਕ ਡੱਬਾ ਪਾਣਾ ਉਹਦਾ 10 ਡੱਬੇ ਪਾ ਰਹੇ 4 ਕਿੱਲਿਆਂ 'ਚ। ਤੇ ਇੱਕ ਪਰਲੇ ਪਾਸੇ ਕੰਢੀ ਏਰੀਏ ਦੇ ਵਿੱਚ ਅਵਾਰਾ ਜਾਨਵਰਾਂ ਦਾ ਮੁੱਦਾ ਹੈ, ਤੇ ਬੇਰੁਜ਼ਗਾਰੀ ਦਾ ਮੁੱਦਾ, ਨਸ਼ੇ ਦਾ ਮੁੱਦਾ। ਮਗਰ ਮੁੱਦਿਆਂ ਦੀ ਤਾਂ ਗੱਲ ਕਰੇਗੀ ਜਿਹੜੇ ਜਿਸ ਤਰ੍ਹਾਂ ਵੀ ਇੱਥੇ ਕਸਬਿਆਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਸਰਕਾਰੀ ਜਿਹੜੇ ਆਪਾਂ ਕਹਿ ਸਕਦੇ ਸਰਕਾਰੀ ਡਿਗਰੀ ਕਾਲਜ, ਸਰਕਾਰੀ ਡਿਪਲੋਮਾ, ਸਰਕਾਰੀ IAS PCS ਦੇ ਵੀ ਕੋਰਸ, ਜਿਹੜੇ ਸਿਖਲਾਈ ਸੈਂਟਰ ਖੋਲਣ ਦੀ ਲੋੜ ਹੈ, ਸਰਕਾਰੀ ਆਈਲੈਟ ਸੈਂਟਰ ਦੀ ਵੀ ਖੋਲਣ ਦੀ ਲੋੜ। ਅੱਜ ਜਿਹੜੇ ਲੋੜ ਪੈ ਰਹੀ ਅੱਗੇ ਜਾ ਰਹੇ ਸਾਡੇ ਧੀ ਪੁੱਤ, ਸਾਡੇ ਬੱਚੇ ਸਾਡੇ ਜੀ। ਅੱਛਾ ਪਰਮ ਜੀ, ਕਿੰਨੇ ਪ੍ਰਤੀਸ਼ਤ ਏਰੀਆ ਤੁਸੀਂ ਹੁਣ ਤੱਕ ਤੈਅ ਕਰ ਲਿਆ ਹਲਕਾ ਖਰੜ ਦਾ? ਹਾਲੀ ਤਾਂ ਜੀ ਮੈਂ ਕਹਿ ਸਕਦਾ ਵੀ 70% 60, 70% ਲਾ ਲਓ ਵੀ, ਤੇ ਹਾਲੀ ਹੌਲੀ ਚੱਲ ਰਿਹਾ ਜੀ। ਜੀ। ਚਲੋ ਪਰਮ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਗੱਲ ਕਰਨ ਵਾਸਤੇ।
ਧੰਨਵਾਦ ਜੀ ਸਾਰੇ। ਧੰਨਵਾਦ ਜੀ। ਗਿੱਲ ਸਾਹਿਬ ਬਹੁਤ ਵਧੀਆ ਕੀਤਾ ਤੁਸੀਂ। ਦੇਖੋ, ਗੱਲ ਜਦੋਂ ਤਾਂ- ਬਾਕੀਆਂ ਨੂੰ ਅਸੀਂ ਮਤਲਬ ਆਪਣੀ ਇਸ ਚਰਚਾ 'ਚ ਲੈ ਕੇ ਆਉਂਦੇ ਹਾਂ ਜੀ, ਜੀ, ਤੇ ਜੀ। ਕਿਸਾਨ ਜਥੇਬੰਦੀਆਂ ਦੇ ਨਿਭਾਏ ਰੋਲ ਨੂੰ ਵੀ ਲੋਕਾਂ ਦੇ ਨਹੀਂ, ਸਾਹਮਣੇ ਬਿਲਕੁਲ ਜੀ, ਪ੍ਰਗਟ ਬਿਲਕੁਲ। ਕਰਨਾ ਸਾਡਾ ਫਰਜ਼ ਹੈ। ਬਿਲਕੁਲ। ਔਰ ਖਰੜ ਤੋਂ ਬੈਦਵਾਨ ਪਰਮ ਬੈਦਵਾਨ ਜਿਹੜਾ ਬਹੁਤ ਛੋਟੀ ਉਮਰ 'ਚ ਹੀ ਮਤਲਬ ਜਿਹੜਾ ਉਹ ਸਿਆਸਤ ਨਾਲ ਜੁੜ ਗਿਆ ਸੀ ਔਰ ਕਿਸਾਨੀ ਜਥੇਬੰਦੀ ਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਇਹਨੇ ਲੰਗਰ ਲਾ ਕੇ ਜਾਂ ਲੋਕਾਂ ਨੂੰ ਸੰਤੁਸ਼ਟ ਕਰਕੇ ਲੋਕਾਂ ਨੂੰ ਮਤਲਬ ਕਿਸਾਨੀ ਨਾਲ ਜੋੜ ਕੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਬਹੁਤ ਵੱਡੀ ਸੇਵਾ ਕੀਤੀ। ਸੋ ਲੋਕਾਂ ਨੂੰ ਇਹ ਗਿਆਨ ਹੋਣਾ ਚਾਹੀਦਾ ਵੀ ਜਿਹੜੀਆਂ ਸਾਡੀਆਂ ਰਵਾਇਤੀ ਪਾਰਟੀਆਂ ਨੇ ਜੀ। ਇਹ ਰਵਾਇਤੀ ਪਾਰਟੀਆਂ ਲਗਾਤਾਰ 70 ਸਾਲ ਤੋਂ ਇੱਕ ਦੂਜੇ ਦੀ ਜਿਹੜੀ ਲੁਕਣ ਮਿੱਚੀ ਖੇਡ ਕੇ ਲੋਕਾਂ ਨੂੰ ਲੁੱਟਣ ਤੇ ਕੁੱਟਣ ਦਾ ਇਹਨਾਂ ਨੇ ਬੇਸ ਬਣਾਇਆ ਹੋਇਆ। ਜੀ। ਪਾਲਿਸੀ ਕਿਸੇ ਕੋ ਨਹੀਂ। ਤੇ ਜੇ ਅੱਜ ਕਿਸਾਨ ਜਥੇਬੰਦੀਆਂ ਕਿਸਾਨਾਂ ਲਈ ਸੰਘਰਸ਼ ਕੀਤਾ ਕਿਉਂਕਿ ਸੰਘਰਸ਼ ਨਾਲ ਹੀ ਸਭ ਕੁਝ ਮਿਲਣਾ ਜੀ, ਸੰਘਰਸ਼ ਨਾਲ ਹੀ ਸਭ ਕੁਝ ਹੋ ਸਕਦਾ। ਤੇ ਜੇ ਉਹ ਸੰਘਰਸ਼ ਕਰਦੀਆਂ ਮਤਲਬ ਪਾਰਟੀਆਂ ਅੱਜ ਪੰਜਾਬ ਦੀ ਫੇਜ਼ਾ 'ਚ ਆਈਆਂ ਨੇ ਤੇ ਸਾਨੂੰ ਵੱਧ ਤੋਂ ਵੱਧ ਉਹਨਾਂ ਦਾ ਵੀ ਗੱਲ ਸੁਣਨੀ ਚਾਹੀਦੀ ਹੈ। ਬਾਕੀ ਜਿੱਤ ਹਾਰ ਜਿਹੜੀ ਹੈ ਉਹ ਤੇ ਆਉਣ ਵਾਲੇ ਸਮੇਂ 'ਚ ਜਿਹੜਾ ਉਹ ਸਮਾਂ ਹੀ ਦੱਸੇਗਾ ਵੀ ਕਿਹੜੇ ਪਾਸੇ ਜਿਹੜਾ ਪੱਲੜਾ ਕਿਹੜੇ ਪਾਸੇ ਲੋਕ ਜਿਹੜੇ ਭੁਗਤਦੇ ਨੇ। ਆਪਣੀ 5 ਸਾਲ ਦੀ ਕਿਸਮਤ ਦਾ ਜੋ ਫੈਸਲਾ ਹੈ ਉਹਨਾਂ ਲੋਕਾਂ ਨੇ ਆਪ ਕਰਨਾ। ਕਿਸ ਪੱਲੜੇ 'ਚ ਉਹ ਜਾਂਦੇ ਨੇ ਇਹ ਆਉਣ ਵਾਲਾ ਸਮਾਂ ਹੀ ਗਿੱਲ ਸਾਹਿਬ ਦੱਸੇਗਾ। ਜੀ ਪਤਾ ਕੀ ਗੱਲ ਹੈ ਲੈਲ ਸਾਹਿਬ, ਜੀ। ਸਥਿਤੀ ਹਜੇ ਸਪਸ਼ਟ ਨਹੀਂ ਹੋ ਪਾ ਰਹੀ। ਜੀ, ਜੀ। ਹਲੇ ਜਿਵੇਂ ਉਹ ਨਾ ਅੱਖ ਤੇ ਮੋਤੀਆ ਉਤਰਿਆ ਹੁੰਦਾ ਹੈ, ਹਜੇ ਆਪਣੀਆਂ ਵੀ ਅੱਖਾਂ ਤੇ ਮੋਤੀਆ ਉਤਰਿਆ ਹੋਇਆ ਹੈ। ਆਪਾਂ ਹਲੇ ਨਹੀਂ ਕਹਿ ਸਕਦੇ ਕਿ ਕਿਹਦੀ ਸਰਕਾਰ ਪੰਜਾਬ ਦੇ ਵਿੱਚ ਬਣੂਗੀ, ਕਿਹੜੀ ਪਾਰਟੀ ਅੱਗੇ ਜਾਊ, ਕਿਹੜੀ ਪਿੱਛੇ ਪਾਰਟੀ ਜਾਊ। ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਪਾਰਟੀਆਂ ਦੇ ਵਿੱਚ ਕੁਝ ਐਸਾ ਚੀਜ਼ ਉੱਭਰ ਕੇ ਸਾਹਮਣੇ ਆਊਗੀ। ਆਪਾਂ ਇਹ ਨਹੀਂ ਕਹਿ ਸਕਦੇ ਕਿ ਜੇ ਆਮ ਆਦਮੀ ਪਾਰਟੀ ਆ ਗਈ ਤਾਂ ਆਮ ਆਦਮੀ ਪਾਰਟੀ ਨੇ ਪਰ ਲਓ। ਅਸੀਂ ਮੋਗਾ ਦੇ ਵਿੱਚ ਜੁੜ ਚੁੱਕੇ ਹਾਂ। ਅਸੀਂ ਕੱਲ ਤੁਹਾਨੂੰ ਕਿਹਾ ਸੀ ਕਿ ਮੋਗਾ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਮੋਗੇ ਦੇ ਕੀ ਹਾਲਾਤ ਨੇ, ਉੱਥੇ ਕਾਂਗਰਸ ਪਾਰਟੀ ਦੀ ਕੀ ਪੋਜੀਸ਼ਨ ਹੈ, ਮਾਲਵਿਕਾ ਸੂਦ ਜਿਹੜੀ ਨੇ ਕਾਂਗਰਸ ਪਾਰਟੀ ਦੀ ਉਹਦੀ ਕੀ ਪੋਜੀਸ਼ਨ ਹੈ, ਹਰਜੋਤ ਕਮਲ ਦੀ ਕੀ ਰਿਪੋਰਟ ਹੈ, ਉਹਦੀ ਗੱਲ ਸਾਡੇ ਨਾਲ ਸਾਡੇ ਸੀਨੀਅਰ ਪੱਤਰਕਾਰ ਬਿੱਟੂ ਪੁਰਬਾ ਜੀ ਮੋਗਾ ਤੋਂ ਜੁੜ ਚੁੱਕੇ ਨੇ। ਸਤਿ ਸ੍ਰੀ ਅਕਾਲ ਬਿੱਟੂ ਜੀ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਬੜਾ ਜੋਸ਼ ਨਜ਼ਰ ਆ ਰਿਹਾ ਤੁਹਾਡੀ ਗੱਲ ਦੇ ਵਿੱਚ। ਅੱਜ ਕੀ ਗੱਲ, ਅੱਜ ਕੋਈ ਮਾਹੌਲ ਗਰਮਾ ਗਰਮ ਲੱਗ ਰਿਹਾ ਤੁਹਾਡੇ ਇਲਾਕੇ ਦੇ ਇਹ ਵਿੱਚ? ਸੀਟ ਵੀ ਹੌਟ ਆ ਨਾ। ਮੋਗੇ ਦਾ ਮਾਹੌਲ ਆ ਜਿਹੜਾ ਬਹੁਤ ਗਰਮਾ ਗਰਮ ਮਾਹੌਲ ਆ। ਸਾਰੀਆਂ ਪਾਰਟੀਆਂ ਆਪਸੀ ਜ਼ੋਰ ਜਮਾ ਰਹੀਆਂ ਨੇ। ਮਾਲਵਿਕਾ ਸੂਦ ਅਤੇ ਜਿਹੜੇ ਮੱਖਣ ਬਰਾੜ ਜੀ ਨੇ ਉਹਨਾਂ ਦੇ ਵਿੱਚ ਪੂਰੀ ਕਾਂਟੇ ਦੀ ਟੱਕਰ ਹੈ। ਜਿਹੜੇ ਵਿਧਾਇਕ ਸਾਬਕਾ ਵਿਧਾਇਕ ਹਰਜੋਤ ਕਮਲ ਹੈ ਉਹਨਾਂ ਨੇ ਪਾਰਟੀ ਦਾ ਜ਼ਰੂਰ ਬਦਲ ਲਈ ਪਰ ਵੋਟਾਂ ਨਹੀਂ ਲੈ ਪਾਉਣਗੇ। ਅੱਛਾ, ਉਹਦਾ ਕਾਰਨ ਕੀ ਹੈ ਕਿ ਹਰਜੋਤ ਕਮਲ ਸਿਰਫ ਇਸ ਕਰਕੇ ਵੋਟਾਂ ਨਹੀਂ ਪੈਣੀ ਕਿ ਬੀਜੇਪੀ ਦੇ ਵਿੱਚ ਗਏ ਨੇ ਉਹ? ਬਿਲਕੁਲ ਜੀ, ਬਿਲਕੁਲ ਕੁਛ ਕਾਰਨ ਇਹ ਹੈ ਜੀ। ਕੁਛ ਉਹਨਾਂ ਨੇ ਇਲਾਕੇ ਦੇ ਵਿੱਚ ਪਬਲਿਕ ਨਾਲ ਲੋਕਾਂ ਨਾਲ ਉਹਨਾਂ ਨੇ ਵਾਸਤਾ ਨਹੀਂ ਰੱਖਿਆ। ਸਿਰਫ ਤੇ ਸਿਰਫ ਅਫਸਰਸ਼ਾਹੀ ਨਾਲ ਹੀ ਵਾਸਤਾ ਰੱਖ ਕੇ ਲੋਕਾਂ ਦੇ ਕੰਮ ਨਹੀਂ ਕਰਾਏ ਜੀ। ਪਰ ਹਰਜੋਤ ਕਮਲ ਤਾਂ ਇਹ ਕਹਿੰਦਾ ਕਿ ਮੈਂ ਕੰਮ ਹੀ ਬੜੇ ਕਰਾਏ ਨੇ ਮੋਗਾ ਦੇ ਵਿੱਚ। ਜੇ ਉਹ ਇੱਕ ਵੀ ਕੰਮ ਗਿਣਾ ਦੇਣ ਤਾਂ ਮੈਂ ਆਪਦਾ 25 ਸਾਲ ਦੀ ਜਿਹੜੀ ਪੱਤਰਕਾਰੀ ਹੈ ਉਹਦੇ ਵੱਲੋਂ ਵੀ ਰਿਜ਼ਾਈਨ ਦੇ ਸਕਦਾ। ਲਓ ਜੀ, ਇਹ ਗੱਲ ਬਿਲਕੁਲ ਸਹੀ ਹੈ। ਅਗਰ ਕਿ ਪੱਤਰਕਾਰ ਸੀਨੀਅਰ ਪੱਤਰਕਾਰ ਠੋਕ ਕੇ ਗੱਲ ਕਹਿ ਰਿਹਾ ਕਿ ਹਰਜੋਤ ਕਮਲ ਨੇ ਕੰਮ ਨਹੀਂ ਕਰੇ ਤਾਂ ਨਹੀਂ ਕਰਾਏ। ਅੱਛਾ, ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਦੀ ਕੀ ਪੋਜੀਸ਼ਨ ਹੈ? ਪਹਿਲੀ ਵਾਰ ਚੋਣ ਮੈਦਾਨ 'ਚ ਹੈ। ਪਹਿਲੀ ਵਾਰੀ ਚੋਣ ਮੈਦਾਨ 'ਚ ਜ਼ਰੂਰ ਨੇ। ਸੋਨੂ ਸੂਦ ਜੀ ਦੀ ਜਿਹੜੀ ਹੈ ਛਵੀ ਆ ਬਹੁਤ ਵਧੀਆ ਸਮਾਜ ਸੇਵੀ ਨੇ। ਪਰ ਜੋ ਉੱਥੇ ਲੋਕਾਂ ਦਾ ਇਹ ਕਹਿਣਾ ਕਿ ਜਿਹੜੀ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਆ ਇਹਦੇ ਬੰਬੇ ਦੇ ਵਿੱਚ ਕਾਰੋਬਾਰ ਹੈ, ਇਹਨਾਂ ਨੇ ਜਿੱਤ ਕੇ ਉੱਥੇ ਹੀ ਚਲੇ ਜਾਣਾ ਹੈ। ਇਸ ਕਰਕੇ ਨੈਗੇਟਿਵ ਪੱਖ ਇਹਨਾਂ ਦਾ ਜ਼ਰੂਰ ਆ ਰਿਹਾ। ਤੇ ਕੁਝ ਸਿਆਸੀ ਜਿਹੜੇ ਆਪਣੇ ਸਮਾਜਿਕ ਕਾਰਿਆਕਰਤਾ ਹੈਗੇ ਆ ਜੀ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜਾ ਸਮਾਜਿਕ ਪੈਸਾ ਇਹਦੇ ਕੋਲ ਆਇਆ ਸੀ ਸੇਵਾ ਵਾਸਤੇ ਉਹਦੀ ਦੁਰਵਰਤੋਂ ਕਰਕੇ ਲੋਕਾਂ ਨੂੰ ਇਹਨੇ ਚੀਜ਼ਾਂ ਵੰਡੀਆਂ ਜਿਵੇਂ ਕਿ ਈ ਰਿਕਸ਼ੇ ਵਗੈਰਾ ਤੇ ਸਾਈਕਲ ਵਗੈਰਾ ਵੰਡੇ ਆ। ਇਹਨੇ ਉਹ ਦੁਰਵਰਤੋਂ ਵੀ ਕੀਤੀ ਹੈ ਜੀ। ਇਹ ਵੀ ਇਲਜ਼ਾਮ ਲਾ ਰਹੀਆਂ ਪਾਰਟੀਆਂ। ਮਤਲਬ ਮਾਲਵਿਕਾ ਸੂਦ ਤੁਹਾਡੀ ਕੰਸਟੀਚੁਐਂਸੀ 'ਚ ਪਿੱਛੇ ਜਾ ਰਹੀ ਹੈ? ਜੀ ਮੱਖਣ ਬਰਾੜ ਜੀ ਜਿਹੜੇ ਕਿ ਆਪਦੇ ਪਿਛਲੇ ਕਾਲ ਦੌਰਾਨ ਕੰਮ ਗਿਣਾ ਰਹੇ ਨੇ, ਯੁਵਾ ਨੇਤਾ ਨੇ, ਕਿ ਉਹਨਾਂ ਦਾ ਇਹ ਕਹਿਣਾ ਕਿ ਮੈਂ ਸਦਾ ਹੀ ਤੁਹਾਡੇ ਕੋਲੇ ਰਹਿਣਾ। ਇਹਨਾਂ ਦਾ ਕੋਈ ਪਤਾ ਨਹੀਂ ਇਹਨਾਂ ਨੇ ਕਦੋਂ ਜਿੱਤ ਕੇ ਸਨੀ ਦਿਓਲ ਵਾਂਗੂ ਬੰਬੇ ਜਾ ਵੜਨਾ ਹੈ। ਮੱਖਣ ਬਰਾੜ ਅਕਾਲੀ ਦਲ ਦੇ ਨੇ? ਤੋਤਾ ਸਿੰਘ ਦੇ ਬੇਟੇ ਬਸਪਾ ਦੇ ਨੇ ਜੀ। ਅੱਛਾ, ਬਸਪਾ ਅਕਾਲੀ ਦਲ ਬਸਪਾ ਦੇ ਨੇ। ਮੈਨੂੰ ਲੱਗਦਾ ਹੈ ਸਾਡੇ ਪੱਤਰਕਾਰ ਬਿੱਟੂ ਪੁਰਬੇ ਨੂੰ ਐਡ ਦੇਤੀ ਮੱਖਣ ਬਰਾੜ ਨੇ। ਮੱਖਣ ਬਰਾੜ ਦੇ ਹੱਕ 'ਚ ਬੋਲ ਰਹੇ ਨੇ। ਖੈਰ ਕੋਈ ਗੱਲ ਨਹੀਂ, ਮਜ਼ਾਕ ਦੀ ਗੱਲ ਹੈ। ਅੱਛਾ, ਮੈਨੂੰ ਗੱਲ ਦੱਸੋ ਹੋਰ ਕਿਹੜੇ ਉਮੀਦਵਾਰ ਨੇ ਜਿਹੜੇ ਟੱਕਰ ਦੇ ਰਹੇ ਨੇ? ਮੇਨ ਤਾਂ ਇਹਨਾਂ ਦੋਨਾਂ ਦੇ ਵਿੱਚ ਹੀ ਟੱਕਰ ਆ ਜੀ। ਜਿਹੜੇ ਝਾੜੂ ਵਾਲੇ ਨੇ ਉਹਨਾਂ ਦੀ ਟਿਕਟ ਜਿਹੜੀ ਪਹਿਲਾਂ ਨਵਦੀਪ ਸਿੰਘ ਸੰਘਾ ਨੇ 5 ਸਾਲ ਵਰਕ ਕੀਤਾ ਉਹਨੇ ਟਿਕਟ ਕੱਟ ਕੇ ਇਹਨਾਂ ਨੂੰ ਟਿਕਟ ਦਿੱਤੀ ਗਈ ਹੈ। ਇਸ ਕਰਕੇ ਉਹਨਾਂ ਦੀ ਕਾਫੀ ਸ਼ਹਿਰ ਦੇ ਵਿੱਚ ਵਿਰੋਧਤਾ ਵੀ ਹੋ ਰਹੀ ਹੈ ਜੀ। ਅੱਛਾ, ਕੋਈ ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ ਮੋਗਾ ਦੇ ਵਿੱਚ
ਕਿ ਪੈਸਿਆਂ ਦਾ ਆਦਾਨ ਪ੍ਰਦਾਨ ਹੋਇਆ ਟਿਕਟ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ, ਕਿੰਨੀ ਕੁ ਸੱਚਾਈ ਹੈ ਇਸ ਗੱਲ 'ਚ? ਜੀ ਇਸ ਗੱਲ ਦੇ ਵੀ ਕਾਫੀ ਚਰਚੇ ਹੋ ਰਹੇ ਨੇ ਕਿ ਜਿਹੜੀ ਨਵਦੀਪ ਸੰਘੇ ਤੋਂ ਡਰ ਸੀਗਾ ਸੋਨੂੰ ਸੂਦ ਨੂੰ, ਉਹਨੇ 2 ਕਰੋੜ ਰੁਪਈਆ ਕੇਜਰੀਵਾਲ ਨੂੰ ਦੇ ਕੇ ਜਿਹੜੀ ਹੈ ਟਿਕਟ ਸੰਘੇ ਦੀ ਕੈਂਸਲ ਕਰਵਾ ਕੇ ਉਹਨੂੰ ਟਿਕਟ ਦਵਾਈ ਹੈ ਜੀ। ਮਤਲਬ 2-2 ਕਰੋੜ ਕਮਾਲ ਹੈ ਹੈ ਨਾ ਜੀ? ਬੱਲੇ ਬੱਲੇ ਬੱਲੇ। ਤੁਹਾਡਾ ਕੋਈ ਸਵਾਲ ਹੈ ਲੈਣ ਸਾਹਿਬ? ਮੇਰਾ ਸਵਾਲ ਤੇ ਇਹ ਹੈ ਵੀ ਜਿਹੜੀ ਜਦੋਂ ਤੁਸੀਂ ਸੰਨੀ ਦਿਓਲ ਦੀ ਗੱਲ ਕੀਤੀ ਹੈ ਇਹ ਬਿਲਕੁਲ ਜਿਹੜੀਆਂ ਮਤਲਬ ਇਹ ਸੂਦ ਹੈ ਮਾਲਵਿਕਾ ਸੂਦ ਹੈ ਇਹ ਇੱਕ ਮਤਲਬ ਇਸ ਏਰੀਏ ਦੀ ਰਹਿਣ ਵਾਲੀ ਤੇ ਨਹੀਂ ਸੀ, ਤੇ ਇਹ ਕਿਵੇਂ ਇੱਕਦਮ ਮਤਲਬ ਜਿਹੜਾ ਇੱਧਰ ਜਿਹੜਾ ਉਹ ਕਨਵਰਸ਼ਨ ਮੋਗੇ 'ਚ ਹੀ ਹੋਈ? ਉੱਥੋਂ ਦੀ ਰਹਿਣ ਵਾਲੀ ਹੈ ਲੈਲ ਸਾਹਿਬ, ਮੋਗੇ ਦੀ ਰਹਿਣ ਵਾਲੀ, ਉੱਥੋਂ ਦੀ ਰਹਿਣ ਵਾਲੀ ਹੈ ਮੋਗੇ ਦੀ ਰਹਿਣ। ਤੇ ਉੱਥੋਂ ਅਕਾਲੀ ਦਲ ਦੀ ਜਿਹੜੀ ਪੋਜੀਸ਼ਨ ਹੈ ਉਹ ਕਿਸ ਤਰ੍ਹਾਂ ਦੀ ਹੈ? ਜੀ ਅਕਾਲੀ ਦਲ ਦੀ ਪੋਜੀਸ਼ਨ ਇਹ ਹੈ ਜੀ, ਉਹਨਾਂ ਜਿਹੜਾ ਹੱਕ ਜਤਾ ਰਹੇ ਨੇ ਕਿ ਮੈਂ ਲੋਕਲ ਮੋਗੇ ਦਾ ਰਹਿਣ ਵਾਲਾ, ਲੋਕਾਂ ਦੇ ਵਿੱਚ ਵੀ ਇਹ ਹੈ ਕਿ ਯੁਵਾ ਨੇਤਾ ਹੈਗਾ, ਇਹ ਕੰਮ ਕਰ ਸਕਦਾ, ਇਸ ਲਈ ਪਬਲਿਕ ਦੇ ਵਿੱਚ ਵਿਚਰਨ ਕਰਕੇ ਹੀ ਅਕਾਲੀ ਦਲ ਦੀ ਪੋਜੀਸ਼ਨ ਮੋਗੇ ਦੇ ਵਿੱਚ ਕਾਫੀ ਅੱਜ ਦੇ ਦਿਨ ਬਿਹਤਰ ਲੱਗ ਰਹੀ ਹੈ ਜੀ। ਦੂਸਰੇ ਪਾਸੇ ਇੱਕ ਹੋਰ ਸਵਾਲ ਸੀ। ਇੱਕ ਮਿੰਟ ਲੈਲ ਸਾਹਿਬ, ਅੱਛਾ ਬਿੱਟੂ ਜੀ, ਆਪਣਾ ਸੋਨੂੰ ਸੂਦ ਪ੍ਰਚਾਰ ਕਰ ਰਹੇ ਨੇ ਮਾਲਵੇਕਾ ਦੇ ਹੱਕ ਦੇ ਵਿੱਚ ਬੰਬੇ ਤੋਂ ਆ ਕੇ? ਬਿਲਕੁਲ ਜੀ ਬਿਲਕੁਲ, ਬੰਬੇ ਤੋਂ ਆਏ ਹੋਏ ਨੇ, ਪ੍ਰਚਾਰ ਕਰ ਰਹੇ ਨੇ, ਪਰ ਜਦੋਂ ਕਿਤੇ ਫੋਟੋ ਹੁੰਦੀ ਜਾਂ ਪਿਕਚਰ ਬਣਦੀ ਤਾਂ ਪਿਕਚਰ ਜਾਂ ਫੋਟੋ ਦੇ ਵਿੱਚੋਂ ਪਾਸੇ ਹੁੰਦੇ ਵੀ ਨਜ਼ਰ ਆਉਂਦੇ ਨੇ ਜੀ ਉਹ। ਅੱਛਾ, ਇਹਦੇ ਪਿੱਛੇ ਕੀ ਕਾਰਨ ਹੋਇਆ ਵੀ ਉਹ ਫੋਟੋ 'ਚ ਨਹੀਂ ਆਉਣਾ ਚਾਹੁੰਦੇ? ਹਾਂਜੀ, ਉਹ ਵਿੱਚ ਨਹੀਂ ਆਉਣਾ ਚਾਹੁੰਦੇ ਜੀ। ਇਸ ਤੋਂ ਸਾਫ਼ ਹੀ ਜ਼ਾਹਰ ਹੋ ਰਿਹਾ ਕਿ ਜਿਹੜਾ ਕਿ ਸੋਨੂੰ ਸੂਦ ਆ, ਜੇ ਮਾਲਵਿਕਾ ਸੂਦ ਜਿੱਤ ਰਹੀ ਆ ਤੇ ਉਹ ਆਪਦਾ ਪੱਲਾ ਝਾੜਦੇ ਨਜ਼ਰ ਆਉਣਗੇ ਕੰਮਾਂ ਕਾਰਾਂ ਤੋਂ। ਜੀ ਜੀ। ਤੇ ਉੱਥੇ ਜਿਹੜੀਆਂ ਸਾਡੀਆਂ ਸੰਯੁਕਤ ਕਿਸਾਨ ਮੋਰਚਾ ਹੈ, ਹਾਂਜੀ, ਉਹਦੇ ਵੱਲੋਂ ਕੌਣ ਕਿਹੜਾ ਕੈਂਡੀਡੇਟ ਉੱਥੇ ਖੜਾ ਹੈ ਤੇ ਉਸ ਕੈਂਡੀਡੇਟ ਦੀ ਕੀ ਪੋਜੀਸ਼ਨ ਹੈ ਉੱਥੇ? ਕਿਸਾਨ ਮੋਰਚੇ ਵੱਲੋਂ ਨਵਦੀਪ ਸਿੰਘ ਸੰਘਾ, ਜੋ ਕਿ ਪਿਛਲੇ 5 ਸਾਲ ਆਮ ਆਦਮੀ ਪਾਰਟੀ ਸੇਵਾ ਕਰਦਾ ਰਿਹਾ ਜੀ, ਅੱਛਾ, ਉਹ ਇੱਧਰ ਆ ਗਏ ਦਾਅਵੇਦਾਰ ਸੀਗਾ, ਉਹ ਖੜੇ ਆ ਜੀ, ਉਹਨਾਂ ਨੂੰ ਲੜ ਰਹੇ ਚੋਣ। ਅੱਛਾ, ਉਹਨਾਂ ਦਾ ਕੀ ਰਿਸਪੌਂਸ ਆ ਰਿਹਾ? ਲੋਕੀ ਪਿਆਰ ਕਰ ਰਹੇ ਉਹਨਾਂ ਨੂੰ? ਉਹਨਾਂ ਨੂੰ ਜੀ ਕੁਛ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਜਿਹੜੀਆਂ 50% ਜਥੇਬੰਦੀਆਂ, ਉਹਨਾਂ ਨੇ ਬਾਈਕਾਟ ਕੀਤਾ ਇਲੈਕਸ਼ਨਾਂ ਦਾ। ਇਸ ਕਰਕੇ 23 ਜਥੇਬੰਦੀਆਂ ਜਿਨ੍ਹਾਂ ਨੇ ਐਲਾਨ ਕੀਤਾ ਕਿ ਅਸੀਂ ਇਲੈਕਸ਼ਨ ਕਰਨੇ ਆ, ਇਸ ਕਰਕੇ ਕੁਝ ਜਥੇਬੰਦੀਆਂ ਇਹਨਾਂ ਦੇ ਉਲਟ ਨੇ, ਲੇਕਿਨ ਇਹਨਾਂ ਨੂੰ ਥੋੜੀ ਹਮਾਇਤ ਹੀ ਮਿਲ ਪਾਊਗੀ ਜੀ। ਜੀ ਸ਼ੁਕਰੀਆ ਬਿੱਟੂ ਜੀ, ਫੇਰ ਤੁਹਾਡੇ ਨਾਲ ਗੱਲ ਕਰਾਂਗੇ ਜੀ। ਗਿੱਲ ਸਾਹਿਬ, ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਜੀ, ਜਿਹੜਾ ਮੇਰੇ ਤੇ ਤੁਸੀਂ ਆ ਕਿਹਾ ਵੀ ਮੱਖਣ ਬਰਾੜ ਤੋਂ ਮੈਂ ਐਡ ਲਈ ਆ, ਆਪਾਂ ਇੱਕ 5 ਪੈਸੇ ਦਾ ਅਸੀਂ ਆਪਣੇ ਸ਼ੋਅ 'ਚ ਅਸੀਂ ਮਜ਼ਾਕ ਕਰਦੇ ਆ, ਜਦੋਂ ਪੱਤਰਕਾਰ ਫਿਰ ਕਹਿੰਦਾ, ਜਿਵੇਂ ਉਹ ਮੈਂ ਦੱਸਦਾ ਤੁਹਾਨੂੰ, ਜਦੋਂ ਅਸੀਂ ਮਜੀਠੀਆ ਸਾਹਿਬ ਦੀ ਗੱਲ ਕਰਦੇ ਸਾਨੂੰ ਕੈਨੇਡਾ ਤੋਂ ਮੈਸੇਜ ਆਉਂਦੇ ਤੁਸੀਂ ਮਜੀਠੀਆ ਤੋਂ ਪੈਸੇ ਖਾ ਲਏ, ਪਰ ਆਪਾਂ ਪੈਸੇ ਨਹੀਂ ਖਾਦੇ ਹੁੰਦੇ। ਜਿਹੜੇ ਪੱਤਰਕਾਰ ਤੇ ਮਤਲਬ ਆਪਣੇ ਪਿੰਡੇ ਤੇ ਬਹੁਤ ਕੁਝ ਹੰਡਾਉਂਦਾ। ਇਹ ਇਲਜ਼ਾਮ ਬਾਸੀ ਸਾਹਿਬ ਤੇ ਵੀ ਲੱਗਦੇ ਨੇ ਕਿ ਤੁਸੀਂ ਅਕਾਲੀਆਂ ਤੋਂ ਪੈਸੇ ਖਾ ਲਏ, ਪਰ ਆਪਾਂ ਕਿਸੇ ਤੋਂ 25 ਪੈਸੇ ਨਹੀਂ ਲਏ। ਇੱਕ ਮੈਂ ਗੱਲ ਕਲੀਅਰ ਕਰਦੇ ਆ, ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਐਡ ਚੱਲ ਰਹੀ ਹੈ ਸਾਡੇ ਚੈਨਲ ਤੇ, ਬਿਲਕੁਲ ਫ੍ਰੀ ਚੱਲ ਰਹੀ ਹੈ। ਅਸੀਂ ਯਾਰੀ ਦੋਸਤੀ 'ਚ ਐਡ ਚਲਾ ਰਹੇ ਹਾਂ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਿੱਟੂ ਜੀ। ਧੰਨਵਾਦ ਜੀ, ਧੰਨਵਾਦ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਮੋਗਾ ਤੋਂ ਬਿੱਟੂ ਪੁਰਬਾ ਦੀ ਰਿਪੋਰਟ। ਅਸੀਂ ਤੁਹਾਨੂੰ ਕਿਹਾ ਸੀ ਕਿ ਅਸੀਂ ਮੋਗਾ, ਧੂਰੀ, ਸੰਗਰੂਰ ਅਸੀਂ ਹਲਕਾ ਲੈ ਕੇ ਜਾਵਾਂਗੇ, ਔਰ ਉਸ ਤੋਂ ਬਾਅਦ ਅਸੀਂ ਕਿਹੜੇ ਹਲਕੇ ਵਿੱਚ ਜਾਵਾਂਗੇ ਅਸੀਂ ਉਹ ਕੱਲ ਇਹਦਾ ਜ਼ਿਕਰ ਕਰਾਂਗੇ, ਕਿਉਂਕਿ ਵੀਕਐਂਡ ਵੀ ਆ ਰਿਹਾ। ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਲੈਲ ਸਾਹਿਬ, ਪੋਜੀਸ਼ਨ ਹੁਣ ਫਿਰ ਸਾਫ਼ ਹੁੰਦੀ ਨਜ਼ਰ ਆ ਰਹੀ ਹੈ। ਬਿਲਕੁਲ ਹੁਣ ਫਿਰ ਸਾਫ਼ ਨਹੀਂ, ਅਜੇ ਗਿੱਲ ਸਾਹਿਬ ਪੋਜੀਸ਼ਨ ਤਾਂ ਪਰਸੋਂ ਨੂੰ ਪਤਾ ਲੱਗੂਗਾ। ਉਸ ਵੇਲੇ ਜਦੋਂ ਰਾਹੁਲ ਗਾਂਧੀ ਪੰਜਾਬ ਦੇ ਅੰਦਰ ਆਣ ਕੇ ਤੇ ਸੀਐਮ ਚਿਹਰੇ ਦਾ ਅਨਾਉਂਸ ਕਰਨਗੇ, ਉਦੋਂ ਭੱਜਣਗੇ ਸਾਰੇ। ਉਦੋਂ ਇਹ ਵੇਖਣਾ ਕਿ ਜਿਹੜੀ ਜੋੜੀ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਚੰਨੀ ਦੀ ਜੋੜੀ ਇਸ ਗੱਲ ਲਈ ਦਾਅਵਾ ਕਰਦੀ ਫਿਰਦੀ ਹੈ ਕਿ ਮੈਨੂੰ ਕੋਈ ਜ਼ਰੂਰਤ ਨਹੀਂ ਹੈਗੀ, ਮੈਂ ਤਾਂ ਸੀਐਮ ਬਣਨਾ ਹੀ ਨਹੀਂ। ਇਹ ਹੁਣ ਸੀਐਮ ਦਾ ਚਿਹਰਾ ਅਨਾਉਂਸ ਕਰਨ ਤੋਂ ਬਾਅਦ ਕਿੱਦਾਂ ਦੇ ਸਮੀਕਰਨ ਬਦਲਦੇ ਨੇ, ਕਿਉਂਕਿ ਚਰਨਜੀਤ ਚੰਨੀ ਸਪਸ਼ਟ ਕੱਲ ਕਹਿ ਗਿਆ ਵੀ ਜਿਸ ਦਿਨ ਰਾਹੁਲ ਗਾਂਧੀ ਪੰਜਾਬ ਆਉਣਗੇ ਮੈਂ ਉਹਨਾਂ ਦੇ ਨਾਲ ਹੋਊਂਗਾ ਔਰ ਨਾਲ ਬੈਠਾ ਹੋਊਂਗਾ। ਇਹ ਤੋਂ ਸਾਫ਼ ਜ਼ਾਹਰ ਹੈ ਕਿ ਚਰਨਜੀਤ ਚੰਨੀ ਨੂੰ ਇਹ ਆਸ ਜਾਂ ਇਹ ਸੁਨੇਹਾ ਲੱਗ ਗਿਆ ਵੀ ਤੂੰ ਸੀਐਮ ਦਾ ਚਿਹਰਾ ਹੈ। ਔਰ ਤੀਸਰੇ ਪਾਸੇ ਜਿਹੜੀ ਗੱਲ ਹੈਗੀ ਆ ਜਾਖੜ ਦੀ, ਜੋ ਜਾਖੜ ਦੀ ਕਹਿਣ ਦੇ ਅਨੁਸਾਰ ਵੀ ਜਿਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਗਿਆ ਸੀ, ਉਸ ਸਾਰੇ ਕੁਝ ਜਦੋਂ VOTING ਹੋਈ ਹੈ ਤੇ 42 MLA ਜਿਹੜੇ ਉਹ ਮੇਰੇ ਹੱਕ ਸੀ, ਕਿਤੇ ਨਾ ਕਿਤੇ ਜਾਖੜ ਸਾਹਿਬ ਦੇ ਅੰਦਰ ਵੀ ਸੀਐਮ ਬਣਨ ਦੀ ਇੱਕ ਤਾਂਘ ਜ਼ਰੂਰ ਸੀ। ਉਹ ਜਿੱਥੋਂ ਤੱਕ ਨਵਜੋਤ ਸਿੰਘ ਸਿੱਧੂ ਦੀ ਗੱਲ ਹੈ, ਉਹ ਵੱਖਰੀ ਗੱਲ ਹੈ ਵੀ ਜਾਖੜ ਸਾਹਿਬ ਨੇ ਗੱਲ ਕਹੀ ਵੀ ਇੱਕ ਹੀ ਜਿਹੜਾ ਘੋੜਾ ਬਾਰ-ਬਾਰ ਨਹੀਂ ਰੇਸ 'ਚ ਬਦਲਿਆ ਜਾਂਦਾ, ਜੇ ਘੋੜਾ ਇੱਕ ਹੈਗਾ ਤੇ ਉਸੇ ਘੋੜੇ ਦੇ ਮਗਰ ਚੱਲਣਾ ਚਾਹੀਦਾ। ਕਹਿਣ ਦਾ ਭਾਵ ਵੀ ਚਰਨਜੀਤ ਚੰਨੀ ਹੀ
ਜਿਹੜਾ ਮੁੱਖ ਮੰਤਰੀ ਨੂੰ ਅਨਾਉਂਸ ਕਰਨਾ ਚਾਹੀਦਾ। ਪਰ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਜਿਹਦਾ ਪੰਜਾਬ ਮਾਡਲ ਜਿਹਦੀ ਗੱਲ ਕਰਦਾ, ਪੰਜਾਬ ਜਿੱਤੇ ਦੀ ਗੱਲ ਕਰਦਾ, ਖੈਰ ਪੰਜਾਬ ਤਾਂ ਹਮੇਸ਼ਾ ਹੀ ਜਿੱਤਦਾ ਹੀ ਰਿਹਾ, ਇਹ 'ਚ ਕੋਈ ਸ਼ੱਕ ਨਹੀਂ। ਪੰਜਾਬ ਨੇ ਤਾਂ ਬਹੁਤ ਆਪਣੇ ਸਿਰਾਂ ਤੇ ਆਪਣੇ ਪਿੰਡੇ ਤੇ ਬਹੁਤ ਕੁਛ ਹੰਡਾਇਆ, ਜਰਵਾਣਿਆਂ ਦੀਆਂ ਜਿਹੜੀਆਂ ਮਤਲਬ ਸਾਰੀਆਂ ਜਿਹੜੇ ਸਾਰਾ ਕੁਝ ਤਬਾਹੀ ਸੀ ਉਹ ਆਪਣੇ ਸਿਰ ਤੇ ਹੰਡਾਈ ਹੈ। ਜਿੱਤਣਾ ਤਾਂ ਹੈ ਹੀ ਆ ਪੰਜਾਬ ਨੇ। ਪਰ ਸਵਾਲ ਇਸ ਗੱਲ ਦਾ ਵੀ ਨਵਜੋਤ ਸਿੰਘ ਸਿੱਧੂ ਦੀ ਉਸ ਵੇਲੇ ਕੀ ਪੋਜੀਸ਼ਨ ਹੋਊਗੀ, ਕੀ ਉਹ ਇਸ ਗੱਲ ਲਈ ਸਮਰਪਣ ਆਪਣੇ ਆਪ ਨੂੰ ਜਿਹੜਾ ਉਹ ਸੰਤੁਸ਼ਟ ਕਰ ਲੈਣਗੇ ਜਿਹਦੇ ਅੰਦਰ ਇੱਕ ਹੈਂਕਰ ਤੇ ਤੇਜ਼ੀ ਹੈ, ਜਿਹੜਾ ਪੰਜਾਬ ਮਾਡਲ ਦੀ ਗੱਲ ਕਰਦਾ, ਕੀ ਇਹਦੇ ਮੁੱਖ ਮੰਤਰੀ ਨਾ ਬਣਨ ਨਾਲ ਪੰਜਾਬ ਮਾਡਲ ਦਾ ਕੀ ਬਣੇਗਾ। ਸੋ ਉਸ ਵੇਲੇ 6 ਤਰੀਕ ਤੋਂ ਬਾਅਦ ਹੀ ਕਾਂਗਰਸ ਦੀ ਜਿਹੜੀ, ਕਿਉਂਕਿ ਪਹਿਲਾਂ ਹੀ ਆਲਰੇਡੀ ਗਿੱਲ ਸਾਹਿਬ ਕਾਂਗਰਸ ਦੇ ਅੰਦਰ ਹਰ ਸੀਟ ਦੇ ਉੱਤੇ ਜਿਹੜੀ ਆ ਉਹ ਵਿਰੋਧ ਚੱਲ ਰਿਹਾ, ਚਾਹੇ ਕਿਤੇ ਵੀ ਪੰਜਾਬ ਦੀ ਕੋਈ ਵੀ ਇਹੋ ਜਿਹੀ ਸੀਟ 117 ਸੀਟਾਂ ਚੋਂ ਮੇਰਾ ਖਿਆਲ ਹੈ ਇੱਕ ਮੋਹਾਲੀ ਦੀ ਸੀਟ ਹੈ ਜਿਹੜੀ ਕਿ ਬਲਬੀਰ ਸਿੰਘ ਸਿੱਧੂ ਦੇ ਖਿਲਾਫ ਕਿਸੇ ਵੀ ਉਸ ਕਾਂਗਰਸ ਵੱਲੋਂ, ਕਾਂਗਰਸ ਦੇ ਕਿਸੇ ਕੈਂਡੀਡੇਟ ਜਾਂ ਕਿਸੇ ਹੋਰ ਵੱਲੋਂ ਸਵਾਲ ਜਵਾਬ ਨਹੀਂ ਉਠਾਏ ਗਏ। ਵਿਰੋਧੀਆਂ ਦੀ ਗੱਲ ਵੱਖਰੀ ਹੈ, ਪਰ ਬਾਕੀ ਸਾਰੀਆਂ ਸੀਟਾਂ ਤੇ ਜਿੱਥੋਂ ਦੀ ਮਰਜ਼ੀ ਗੱਲ ਕਰਕੇ ਵੇਖ ਲਈਏ, ਚਾਹੇ ਅਸੀਂ ਜਲੰਧਰ ਦੀ ਗੱਲ ਕਰਕੇ ਵੇਖ ਲੈਂਦੇ ਹਾਂ, ਚਾਹੇ ਅਸੀਂ ਜਾ ਕੇ ਸੁਲਤਾਨਪੁਰ ਦੀ ਗੱਲ ਕਰਕੇ ਵੇਖ ਲੈਂਦੇ ਹਾਂ, ਚਾਹੇ ਅਸੀਂ ਬਟਾਲੇ ਦੀ ਗੱਲ ਕਰਕੇ ਵੇਖ ਲੈਂਦੇ ਹਾਂ, ਜਾਂ ਪਠਾਨਕੋਟ ਦੀ ਗੱਲ ਕਰਕੇ ਵੇਖ ਲੈਂਦੇ ਹਾਂ, ਜਾਂ ਮੋਗੇ ਦੀ ਗੱਲ ਕਰਕੇ ਦੇਖਦੇ ਹਾਂ, ਇਹਨਾਂ ਸਾਰੀਆਂ ਸੀਟਾਂ ਦੇ ਉੱਤੇ ਕਾਂਗਰਸ ਨੇ ਜਿਹੜੀਆਂ ਬੰਦਿਆਂ ਨੂੰ ਦਿੱਤਾ ਉਹਦੇ ਉਲਟ ਜਿਹੜੇ ਲੋਕਾਂ ਨੇ ਜਾ ਕੇ ਆਪਣੇ ਆਪ ਦੇ ਕਾਗਜ਼ ਜਿਹੜੇ ਆਜ਼ਾਦ ਤੌਰ ਤੇ ਭਰੇ ਔਰ ਵਿਰੋਧ ਕੀਤਾ। ਸੋ ਇਹ ਜਿਹੜੀ ਪੋਜੀਸ਼ਨ ਲਾਸਟ ਹੈ, ਚੰਗਾ ਹੁੰਦਾ ਜੇ ਰਾਹੁਲ ਗਾਂਧੀ ਇਸ ਗੱਲ ਨੂੰ ਆਪਣੇ ਅੰਦਰ ਹੀ ਸਮੋਈ ਬੈਠਾ। ਮੈਂ ਅੱਗੇ ਵੀ ਗੱਲ ਕਹੀ ਸੀ, ਨਾਲ ਨਿਆਣੇ ਦੋਸਤੀ ਕਦੇ ਨਾ ਆਵੇ ਰਾਸ। ਜਿਹੜੇ ਨਿਆਣਿਆਂ ਦੀ ਜਿਹੜੀ ਸੋਚ ਹੈ, ਜਿਹੜੀ ਇਹਨਾਂ ਦੀ ਸੋਚ ਹੈ, ਭਾਵੇਂ ਵੱਖਰੀ ਗੱਲ ਕਿ ਵਿਗਿਆਨਕ ਯੁੱਗ ਆ ਗਿਆ, ਪਰ ਰਾਜਨੀਤੀ ਜਿਹੜੀ ਹੈ ਇਹ ਬੜੀ ਮਤਲਬ ਡੂੰਘਾਈ ਵਾਲੀ ਸੋਚ ਹੈ। ਇਹਦੇ ਉੱਤੇ ਪਹਿਰਾ ਦੇਣਾ ਬੜਾ ਔਖਾ ਹੈ। ਜੇ ਅੱਜ ਤੱਕ ਉਹ ਕੰਟਰੋਲ ਕਰਦੇ ਰਹੇ ਨੇ ਤੇ ਸ਼ਾਇਦ ਮੈਂ ਕਹਿੰਦਾ ਸੋਨੀਆ ਗਾਂਧੀ ਦੀ ਸੋਚ ਹੋਏਗੀ ਵੀ ਇਹਨੂੰ ਪਰਦੇ ਥੱਲੇ ਰੱਖਿਆ ਜਾਵੇ, ਇਹਨੂੰ ਇਹ ਕਹਿ ਕੇ ਟਾਲ ਦਿੱਤਾ ਜਾਵੇ ਵੀ ਕਦੇ ਵੀ ਕਾਂਗਰਸ ਨੇ ਪਹਿਲਾਂ ਆਪਣੀ ਜਿਹੜੀ ਹੈ ਉਹ ਚੋਣ ਜਿਹੜੀ ਹੈ ਉਹਦੇ 'ਚ ਸੀਐਮ ਦਾ ਚਿਹਰਾ ਅਨਾਉਂਸ ਨਹੀਂ ਕੀਤਾ। ਹੋਣਾ ਵੀ ਮੇਰੀ ਲਾਸਟ ਗੱਲ, ਹੋਣਾ ਵੀ ਇਦਾਂ ਹੀ ਚਾਹੀਦਾ ਸੀ। ਹਮੇਸ਼ਾ ਹੀ ਪਿਛਲੇ ਲੰਮੇ ਸਮੇਂ ਦਾ ਤਜਰਬਾ ਵੀ ਜਦੋਂ ਐਮਐਲਏ ਜਿੱਤਦੇ ਨੇ ਤੇ ਬਹੁ ਗਿਣਤੀ ਜਿਹੜੀ ਪਾਰਟੀ ਹੈ ਉਹਨੂੰ ਸਰਕਾਰ ਬਣਾਉਣ ਦਾ ਸੱਦਾ ਆਉਂਦਾ ਤੇ ਉਸ ਵੇਲੇ ਆਪਣਾ ਜਿਹੜਾ ਲੀਡਰ ਚੁਣਿਆ ਜਾਂਦਾ ਵੀ ਸਾਡਾ ਲੀਡਰ ਕਿਹੜਾ, ਉਹ ਲੀਡਰ ਜਿਹੜਾ ਸਹਿਣਸ਼ੀਲ ਹੋਵੇ, ਉਹ ਲੀਡਰ ਜਿਹੜਾ ਪੰਜਾਬ ਨੂੰ ਪੰਜਾਬੀਅਤ ਨਾਲ ਸੰਬੰਧਿਤ ਹੋਵੇ, ਉਹ ਲੀਡਰ ਜਿਹੜਾ ਸਾਰਿਆਂ ਨੂੰ ਇਕੱਠਿਆਂ ਨਾਲ ਲੈ ਕੇ ਚੱਲੇ ਤੇ ਇੱਕ ਉਹਦੇ ਅੰਦਰ ਠਰਮਾ ਹੋਵੇ ਔਰ ਸਮਝ ਹੋਵੇ। ਉਹ ਆਪਣੇ 117 ਜਾਂ ਜਿੰਨੇ ਵੀ ਐਮਐਲਏ ਜਿੱਤਦੇ ਨੇ ਉਹਨਾਂ ਦੀ ਪਾਰਟੀ ਦੇ, ਉਹਨਾਂ ਸਾਰਿਆਂ ਦੀ ਸਹਿਮਤੀ ਦੇ ਨਾਲ ਆਪਣਾ ਜਿਹੜਾ ਇੱਕ ਕੈਪਟਨ ਚੁਣਿਆ ਜਾਂਦਾ, ਇੱਕ ਲੀਡਰ ਚੁਣਿਆ ਜਾਂਦਾ ਜਿਹੜਾ ਉਹਨੂੰ ਲੀਡ ਕਰਦਾ ਤੇ ਉਹਦੇ ਸਿਰ ਦੇ ਉੱਤੇ ਜਿਹੜਾ ਉਹ ਸੀਐਮ ਦਾ ਜਿਹੜਾ ਉਹ ਤਾਜ ਜਿਹੜਾ ਰੱਖਿਆ ਜਾਂਦਾ। ਪਰ ਇਹ ਪਹਿਲੀ ਵਾਰ ਹੈ, ਇਹ ਪਹਿਲੀ ਵਾਰ ਹੈ ਵੀ ਇੱਕ ਦੂਜੀ ਪਾਰਟੀ ਇੱਕ ਦੂਜੀ ਦੀ ਨਕਲ ਮਾਰ ਰਹੀ ਹੈ ਵੀ ਜੇ ਕਾਂਗਰਸ ਨੇ ਅਜੇ ਤੱਕ ਨਹੀਂ ਦਿੱਤਾ, ਜੇ ਆਪ ਨੇ ਭਗਵੰਤ ਮਾਨ ਦੇ ਦਿੱਤਾ, ਅਕਾਲੀ ਦਲ ਨੇ ਅਗਲੇ ਦਿਨ ਹੀ ਕਹਿਤਾ ਸੁਖਬੀਰ ਬਾਦਲ ਹੈ, ਜੇ ਸੁਖਬੀਰ ਬਾਦਲ ਦੇ ਦਿੱਤਾ ਤੇ ਦੂਸਰਿਆਂ ਨੇ ਕਹਿਤਾ ਅਸੀਂ ਆਹ ਦੇਵਾਂਗੇ। ਇਸ ਕਰਕੇ ਇਹ ਸਾਰਾ ਕੁਝ ਸਿਆਣਪ ਵੱਲ ਨਹੀਂ ਵਧ ਰਿਹਾ। ਸੋ ਇਸ ਕਰਕੇ ਜਿਹੜੇ ਸਮੀਕਰਨ ਨੇ ਇਹ 6 ਤਰੀਕ ਤੋਂ ਬਾਅਦ ਬਦਲਣ ਦੀ ਬਹੁਤ ਵੱਡੀ ਸੰਭਾਵਨਾ ਪੈਦਾ ਹੋ ਰਹੀ ਹੈ। ਲਹਿਰ ਸਾਹਿਬ ਇੱਕ ਆਖਰੀ ਗੱਲ ਹੈ ਜੀ, ਭਾਜਪਾ ਦੀ ਇੱਕ ਆਈਡੀਓਲੋਜੀ ਮੈਨੂੰ ਬਹੁਤ ਅੱਛੀ ਲੱਗਦੀ ਹੈ ਜੀ। ਉਹਨਾਂ ਦੀ ਇਹ ਆਈਡੀਓਲੋਜੀ ਹੈ ਕਿ ਅਸੀਂ ਪਹਿਲਾਂ ਵੋਟਾਂ 'ਤੇ ਖੜੇ ਹੋਵਾਂਗੇ, ਐਮਐਲਏ ਬਣਾਂਗੇ, ਐਮਐਲਏ ਡਿਸਾਈਡ ਕਰਾਂਗੇ ਕਿ ਮੁੱਖ ਮੰਤਰੀ ਕੌਣ ਹੈ। ਪਰ ਇੱਥੇ ਪਾਰਟੀ ਜਿੱਤੀ ਨਹੀਂ, ਪਹਿਲਾਂ ਮੁੱਖ ਮੰਤਰੀ ਬਣਾ ਰਹੇ ਨੇ, ਭਗਵੰਤ ਮਾਨ ਕੇਜਰੀਵਾਲ ਨੇ ਬਣਾਤਾ, ਰਾਹੁਲ ਗਾਂਧੀ ਹੁਣ ਪਤਾ ਨਹੀਂ ਕਿਹਨੂੰ ਬਣਾਉਣ ਆ ਰਹੇ ਨੇ। ਲੇਕਿਨ ਇੱਕ ਗੱਲ ਜ਼ਰੂਰ ਹੈਗੀ ਹੈ, ਚਰਨਜੀਤ ਸਿੰਘ ਚੰਨੀ ਦਾ ਕਹਿੰਦੇ ਨੇ ਕਿ ਜਦੋਂ ਮੁੱਖ ਮੰਤਰੀ ਦਾ ਐਲਾਨ ਹੋਊਗਾ ਦਿੱਲੀ ਦੇ ਵਿੱਚ, ਉਦੋਂ ਮੈਂ ਰਾਹੁਲ ਗਾਂਧੀ ਦੇ ਨਾਲ ਹੋਊਗਾ। ਲਹਿਲ ਸਾਹਿਬ ਜੀ, ਮੈਂ ਤੁਹਾਨੂੰ ਠੋਕ ਕੇ ਕਹਿ ਸਕਦਾ, ਮੈਨੂੰ ਇਹ ਲੱਗ ਰਿਹਾ ਕਿ ਚਰਨਜੀਤ ਚੰਨੀ ਨੂੰ ਦੁਬਾਰੇ ਫੇਰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾ ਰਿਹਾ ਹੋ ਸਕਦਾ। ਕਾਰਨ ਕੀ 111 ਦਿਨਾਂ ਦੇ ਵਿੱਚ ਚੰਨੀ ਟਿਕਿਆ ਨਹੀਂ। ਇਹ ਗੱਲ ਵੱਖਰੀ ਕਿ ਚੰਨੀ ਦੇ ਦੋਸ਼ ਲੱਗ ਗਏ, ਉਹਦੇ ਰਿਸ਼ਤੇਦਾਰ ਫਸ ਗਏ, ਉਹ ਰਿਸ਼ਤੇਦਾਰਾਂ ਨੇ ਉਲਝਾ ਲਿਆ ਉਹਨੂੰ। ਲੇਕਿਨ ਅਦਰਵਾਈਜ਼ 111 ਦਿਨਾਂ ਦੀ ਪਰਫਾਰਮੈਂਸ ਆਪਾਂ ਚੈੱਕ ਕਰੀਏ ਤਾਂ 111 ਦਿਨ ਨਾ ਉਹ ਟਿਕਿਆ, ਨਾ ਉਹ ਟਿਕਣ ਦਿੱਤਾ ਕਿਸੇ ਨੂੰ। ਇਹ ਗੱਲ ਵਧੀਆ ਸੀ ਗੱਲ। ਔਰ ਇਹ ਗੱਲ ਚਲੋ ਨਵਜੋਤ ਸਿੰਘ ਸਿੱਧੂ ਬਣਦਾ, ਲੇਕਿਨ ਨਵਜੋਤ ਸਿੰਘ ਸਿੱਧੂ ਦਾ ਕੋਈ ਦੇਖੋ ਉਹ ਹੈ ਨਹੀਂਗਾ, ਉਹਦਾ ਕੋਈ ਆਪ ਦੀ ਕੋਈ ਬਿਆਨ ਨਹੀਂ, ਉਹਦੀ ਆਪ ਦਾ ਕੋਈ ਵਕਾਰ ਨਹੀਂ, ਉਹਦਾ ਆਪ ਨਾ ਉਹਦੀ ਕੋਈ ਜ਼ੁਬਾਨ ਹੈ। ਉਹ ਬਾਅਦ 'ਚ ਕੀ ਕਰੂ ਕੀ ਨਹੀਂ ਕਰੂ, ਉਹ ਆਪਣੇ ਆਪ ਨੂੰ ਪਹਿਲੇ ਮੁੱਖ ਮੰਤਰੀ ਐਲਾਨ ਚੁੱਕਿਆ ਕਿ ਮੈਂ ਉਹ ਤਾਂ ਧੱਕਾ ਸੀ ਉਹਦੇ ਖਿਲਾਫ ਜਿਹੜਾ ਪੁਰਾਣਾ ਕੇਸ ਹੈ। ਮੈਨੂੰ ਇਹ ਲੱਗ ਰਿਹਾ ਕਿ ਉਹ ਟਕਸਾਲੀ ਮੁੱਖ ਮੰਤਰੀ ਹੈ। 30 ਸਾਲ ਪੁਰਾਣਾ ਜਿਹੜਾ ਕੇਸ ਹੈ
ਉਹ ਦੁਬਾਰਾ ਜਿਹੜਾ ਸੁਪਰੀਮ ਕੋਰਟ 'ਚ ਖੋਲ੍ਹ ਦਿੱਤਾ ਗਿਆ। ਉਹਦੇ ਵਿੱਚ ਤਾਂ ਰੋਕ ਸੋ ਲਾ ਇਸ ਦਿੱਤੀ ਕਰਕੇ ਕਹਿਣ ਦਾ ਭਾਵ ਆ ਵੀ ਇਹ ਇੱਕ ਦੂਜੇ ਜਿਹੜੀਆਂ ਪਾਰਟੀਆਂ ਦੇ ਇੱਕ ਦੂਜੇ ਜਿਹੜੇ ਬੰਦੇ ਨੇ ਇੱਕ ਦੂਜੇ ਦੇ ਲੱਤਾਂ ਖਿੱਚਣ ਵੱਲ ਰਹੇ ਨੇ। ਆਪਾਂ ਚਾਹੁੰਦੇ ਹਾਂ ਵੀ ਘੱਟੋ ਘੱਟ ਜਿਹੜੇ ਸਾਡੇ ਆਗੂ ਅੱਗੇ ਚੁਣ ਕੇ ਆਉਣ ਉਹ ਸਮਾਜ ਨੂੰ ਕੋਈ ਨਵਾਂ ਚੀਜ਼ ਦੇਣ, ਨਵੀਂ ਗੱਲ ਕਰਨ, ਪੁਰਾਣੀ ਗੱਲ ਨਾ ਕਰਨ। ਕੱਲ ਮੈਂ ਕੇਜਰੀਵਾਲ ਸਾਹਿਬ ਦੀ ਵੀ ਗੱਲ ਕਰਦਾ, ਕੱਲ ਬਹੁਤ ਵੱਡੀ ਇੱਕ ਨਿਊਜ਼ ਸੀ ਜਿਹਦੇ ਕਿ ਦਿੱਲੀ ਦੀਆਂ ਔਰਤਾਂ ਪੰਜਾਬ ਦੀਆਂ ਔਰਤਾਂ ਨੂੰ ਸੰਬੋਧਨ ਹੋ ਰਹੀਆਂ ਨੇ ਵੀ ਇਹ ਜੋ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਅਨਾਉਂਸ ਕਰ ਰਹੀ ਹੈ ਉਹੋ ਹੀ ਕੁਝ ਦਿੱਲੀ ਦੇ ਵਿੱਚ ਅਸੀਂ ਸਾਰੀਆਂ ਔਰਤਾਂ ਜਿਹੜੀਆਂ ਦੁਖੀ ਬੈਠੀਆਂ ਨੇ, ਕੋਈ ਪੈਨਸ਼ਨ ਨਹੀਂ ਮਿਲਦੀ ਕੁਝ। ਕਹਿਣ ਦਾ ਭਾਵ ਵੀ ਖਾਣ ਵਾਲੇ ਦੰਦ ਕੁਝ ਹੋਰ ਨੇ ਤੇ ਵਿਖਾਉਣ ਵਾਲੇ ਕੁਝ ਹੋਰ ਨੇ। ਸੋ ਇਸ ਕਰਕੇ ਇਹਨਾਂ ਗੱਲਾਂ ਤੋਂ ਹੀ ਆਪਾਂ ਆਪਣੇ ਪੰਜਾਬ ਦੇ ਲੋਕਾਂ ਨੂੰ ਆਗਾਜ਼ ਕਰ ਰਹੇ ਹਾਂ ਵੀ ਸਮਝਦਾਰੀ ਕਰੋ, ਸਮਝ ਕੇ ਸਾਰਾ ਕੁਝ ਹੋਣਾ। ਜਦ ਤੱਕ ਤੁਸੀਂ ਇਕੱਠੇ ਨਹੀਂ ਹੁੰਦੇ, ਜਦ ਤੱਕ ਇਕੱਠੇ ਹੋ ਕੇ ਤੁਸੀਂ ਆਪਣਾ ਏਕਾ ਪੈਦਾ ਨਹੀਂ ਕਰਦੇ, ਏਕਾ ਪੈਦਾ ਕਰਕੇ ਦੁਸ਼ਮਣ ਤੇ ਦੋਸਤ ਦੀ ਜਿਹੜੀ ਪਹਿਚਾਣ ਕਰਨ ਤੋਂ ਬਾਅਦ ਹੀ ਜਿਹੜੀ ਆ ਇਹ ਇਲੈਕਸ਼ਨ ਜਿਹੜੀ ਆ ਉਹਦੇ ਅੰਦਰ ਜਿਹੜੇ ਤੁਸੀਂ ਵੋਟਾਂ ਪਾ ਕੇ ਉਸ ਪਾਰਟੀ ਨੂੰ ਜਾਂ ਉਸ ਮਨੁੱਖ ਨੂੰ ਜਿਤਾਉਣ ਦੀ ਕੋਸ਼ਿਸ਼ ਕਰੋ ਜਿਹੜਾ ਵਾਕਈ ਤੁਹਾਡੇ ਦੁੱਖ ਦਰਦ ਨੂੰ। ਕਿਤੇ ਇਹ ਨਾ ਹੋਵੇ ਵੀ ਜਿਵੇਂ ਤੁਸੀਂ ਸੰਨੀ ਦਿਓਲ ਨੂੰ ਉਥੋਂ ਨਲਕਾ ਪੁੱਟਣ ਦੇ ਕਰਕੇ ਗੁਰਦਾਸਪੁਰ ਵਾਲਿਆਂ ਬੰਦਿਆਂ ਨੇ ਹਮੇਸ਼ਾ ਹੀ ਨਲਕੇ ਵਡਾ ਲਏ 15 ਸਾਲ ਇਸ ਕਰਕੇ ਖਰਾਬ ਕਰ ਲਏ ਕਿ ਉਹਨਾਂ ਨੇ ਸੈਲੀਬ੍ਰਿਟੀ ਜਿਹੜੇ ਬੰਬੇ ਤੋਂ ਫਿਲਮ ਸਟਾਰ ਆਏ ਸੀ ਉਹਨਾਂ ਨੂੰ ਵੋਟਾਂ ਪਾ ਕੇ ਆਪਣਾ ਬੇੜਾਗਰ ਕੀਤਾ। ਸੋ ਇਸ ਤਰ੍ਹਾਂ ਪੰਜਾਬ ਦੇ ਅੰਦਰ ਵੀ ਕਹੋ ਬਹੁਤ ਸੈਲੀਬ੍ਰਿਟੀ ਨੇ, ਇਹਨਾਂ ਸੈਲੀਬ੍ਰਿਟੀ ਨੇ ਮੁੜ ਕੇ ਇੱਥੇ ਨਹੀਂ ਰਹਿਣਾ, ਇਹ ਸਾਰੇ ਦੇ ਸਾਰੇ ਪੰਜਾਬ ਤੋਂ ਬਾਹਰ ਚਲੇ ਜਾਣਗੇ। ਸੋ ਇਸ ਕਰਕੇ ਪੰਜਾਬ ਦੇ ਵਾਸੀ ਜਿਹੜੇ ਨੇ, ਪੰਜਾਬ ਦੇ ਰਹਿਣ ਵਾਲੇ ਲੋਕ ਨੇ, ਪੰਜਾਬ 'ਚ ਵਿਚਰਨ ਵਾਲੇ ਲੋਕ ਨੇ, ਤੁਹਾਡੇ ਪਿੰਡਾਂ 'ਚ ਰਹਿਣ ਵਾਲੇ ਲੋਕ ਨੇ, ਉਹਨਾਂ ਲੋਕਾਂ ਦੀ ਸੋਚ ਤੇ ਸਮਝ ਨੂੰ ਸਮਝਦਿਆਂ ਹੋਇਆਂ ਅੱਗੇ ਵਧਿਆ ਜਾਵੇ ਤਾਂ ਹੀ ਪੰਜਾਬ ਦਾ ਕੋਈ ਸੁਧਾਰ ਹੋ ਸਕਦਾ। ਜੀ ਬਿਲਕੁਲ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਦੋਸਤੋ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪੱਖ ਦੇ ਮਸਲੇ ਕਿਸ ਤਰ੍ਹਾਂ ਲੱਗਿਆ, ਆਪਣੇ ਵਿਚਾਰ ਆਪਣੇ ਸੁਝਾਅ ਸਾਨੂੰ ਜ਼ਰੂਰ ਦਿਆ ਕਰੋ। ਕੱਲ ਅਸੀਂ ਇਸ ਪ੍ਰੋਗਰਾਮ ਤੋਂ ਬਾਅਦ ਅਸੀਂ ਗੱਲ ਕਰਾਂਗੇ ਬਠਿੰਡਾ ਹਲਕੇ ਦੀ। ਬਠਿੰਡਾ ਹਲਕਾ ਜਿੱਥੇ ਮਨਪ੍ਰੀਤ ਬਾਦਲ ਜਿਹੜਾ ਹੈ ਚੋਣ ਮੈਦਾਨ ਵਿੱਚ ਉਹ ਹਾਰੂਗਾ ਜਿੱਤੂਗਾ ਤਾਂ ਬਾਅਦ ਦੀ ਗੱਲ ਹੈ, ਲੇਕਿਨ ਬਠਿੰਡਾ ਹਲਕਾ ਤੇ ਉਸ ਤੋਂ ਬਾਅਦ ਆਪਾਂ ਮੌੜ ਹਲਕੇ ਦੀ ਗੱਲ ਕਰਾਂਗੇ, ਮੌੜ ਹਲਕੇ ਦੀ ਵੀ ਗੱਲ ਕਰਾਂਗੇ, ਬਠਿੰਡੇ ਹਲਕੇ ਦੀ ਵੀ ਗੱਲ ਕਰਾਂਗੇ। ਉਸ ਤੋਂ ਬਾਅਦ ਅਸੀਂ ਹੌਲੀ ਹੌਲੀ 117 ਹਲਕਿਆਂ ਦੇ ਵਿੱਚ ਪਹੁੰਚ ਜਾਵਾਂਗੇ। 117 ਹਲਕਿਆਂ ਤੋਂ ਬਾਅਦ ਚੋਣਾਂ ਤੋਂ ਵੋਟਾਂ ਤੋਂ ਪੈਣ ਤੋਂ 2 ਦਿਨ ਪਹਿਲਾਂ ਅਸੀਂ ਬਹੁਤ ਵੱਡਾ ਬਲਾਸਟ ਧਮਾਕਾ ਕਰਨ ਜਾ ਰਹੇ ਹਾਂ। ਕਿਸ ਦੀ ਬਣੂਗੀ ਪੰਜਾਬ ਵਿੱਚ ਸਰਕਾਰ, ਸਾਨੂੰ ਹੁਣ ਜਾਣਾ ਪੈਣਾ। ਇਜਾਜ਼ਤ ਦਿਓ, ਰੱਬ ਰਾਖਾ।